ਨਾਨਕ ਦੇਵਾ ਓੰਕਾਰ ਅੰਗਦ ਅਪੇਵਾ ਸਤਿਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਵਾਰੇ ਪੁਰਖ ਸ੍ਰੀ ਅਰਜੁਨ ਗਤ ਬਾਨੀ ਨਿਰਭਉ ਹਰਿ ਗੋਬਿੰਦ ਬਖਾਨੀ ਨਿਰਵੈਰ ਸ੍ਰੀ ਗੁਰੂ ਹਰਿ ਰਾਏ ਅਕਾਲ ਮੂਰਤ ਸ੍ਰੀ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸੈਭੰ ਗੁਰ ਦਸ਼ਮੇਸ਼ ਸਹਾਏ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰ ਨਾਨਕ ਦਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੂਕ ਉਚਰਹਿ ਸ਼ਾਸਤਰ ਖਟ ਪਿੰਗ ਗਿਰਨ ਜੜ ਜਾਹੇ ਅੰਧ ਲਖੈ ਬਦਰੁ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਭਰ ਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖਹੁ ਰਾਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨ ਹਾਰ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਹਜ਼ੂਰ ਬਿਰਾਜਮਾਨ
ਸਤਿਗੁਰਾਂ ਨੇ ਬੜੀ ਕਿਰਪਾ ਮਿਹਰਾਮਤ ਕੀਤੀ ਹੈ। ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ੇ ਹਨ। ਬੜੀ ਕਿਰਪਾ ਮਿਹਰਾਮਤ ਕੀਤੀ। ਗੁਰਮੁਖ ਜਨਾਂ ਨੇ ਪ੍ਰੇਮ ਸਤਿਕਾਰ ਦੇ ਨਾਲ ਅੰਮ੍ਰਿਤ ਗੁਰਬਾਣੀ ਦੇ ਜਾਪ ਪੜ੍ਹੇ ਹਨ। ਆਓ ਜੋ ਸਤਿਗੁਰਾਂ ਨੇ ਧੁਰ ਦਾ ਉਪਦੇਸ਼ ਸਾਨੂੰ ਬਖਸ਼ਿਆ, ਲੜੀਵਾਰ ਗੁਰਬਾਣੀ ਦੀ ਕਥਾ ਬਖਸ਼ੀ ਹੈ, ਉਹਦੇ ਨਾਲ ਜੁੜੀਏ। ਸਤਿਗੁਰੂ ਜੀ ਕਿਰਪਾ ਮਿਹਰਾਮਤ ਕਰਨ, ਮਨੋ ਬਿਰਤੀਆਂ ਨੂੰ ਇਕਾਗਰ ਕਰੀਏ, ਚਿੱਤ ਨੂੰ ਇਕਾਗਰ ਬਣਾਈਏ, ਜਿਹਦੇ ਨਾਲ ਸਤਿਗੁਰਾਂ ਦੇ ਨਾਲ ਪ੍ਰੀਤੀ ਪੈ ਸਕੇ, ਚਰਨਾਂ ਦੇ ਨਾਲ ਧਿਆਨ ਜੁੜ ਸਕੇ। ਸਾਰੇ ਹੀ ਪ੍ਰੇਮ ਪਿਆਰ ਦੇ ਵਿੱਚ ਭਿੱਜ ਕੇ ਸਤਿਕਾਰ ਸਹਿਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਸਰੂਪ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ, ਜਗ ਮੰਡਲ ਕਰਿਓ। ਐਸੇ ਦੀਨ ਦਿਆਲ ਸਤਿਗੁਰੂ ਅੰਮ੍ਰਿਤ ਸਰੂਪ ਗੁਰਬਾਣੀ ਦੇ ਵਿੱਚ ਪ੍ਰਮਾਣ ਬਖਸ਼ਦੇ ਹਨ। ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪ੍ਰਮਾਤਮਾ ਜੀ ਸਾਰੇ ਸੰਸਾਰ ਨੂੰ ਇਹ ਦੱਸ ਰਹੇ ਨੇ ਕਿ ਜਿਹੜਾ ਅਸੀਂ ਹੰਕਾਰ ਕਰਦੇ ਹਾਂ ਉਹਦੇ ਅੰਦਰ ਕਿ ਸਾਰਾ ਕੁਝ ਸਾਡਾ ਹੈ, ਪਰ ਅਸਲ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਸਾਰਾ ਕੁਝ ਹੀ ਝੂਠ ਹੈ। ਉਹਦੀ ਬਾਬਤ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਦੇ ਹਨ। ਸਰਵਣ ਕਰੀਏ ਜੀ। ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ। ਜਦੋਂ ਸਤਿਗੁਰੂ ਜੀ ਸੁਲਤਾਨਪੁਰ ਧਰਤੀ ਤੋਂ ਆਪਣੇ ਪਿੰਡ ਰਾਏਪੁਰੇ ਦੀ ਤਲਵੰਡੀ ਗਏ, ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ, ਉੱਥੇ ਸਤਿਗੁਰਾਂ ਦਾ ਸ਼ਰਧਾਲੂ ਸੀ ਰਾਜਾ ਰਾਏ ਬੁਲਾਰ, ਜਿਹੜਾ ਨਗਰ ਦਾ ਚੌਧਰੀ ਮੰਨਿਆ ਜਾਂਦਾ ਸੀ। ਬੜੀ ਸਤਿਗੁਰਾਂ ਦੇ ਉੱਤੇ ਸ਼ਰਧਾ ਭਾਵਨਾ ਰੱਖਦਾ ਸੀ, ਖੁਦ ਖੁਦਾ ਮੰਨਦਾ ਸੀ। ਆਪ ਤੇ ਰਾਏ ਬੁਲਾਰ ਮੁਸਲਮਾਨ ਸੀ, ਪਰ ਸਤਿਗੁਰਾਂ ਨੂੰ ਖੁਦਾ ਮੰਨਦਾ ਸੀ, ਅੱਲਾ ਦਾ ਫਰਿਸ਼ਤਾ ਮੰਨਦਾ ਸੀ, ਅੱਲਾ ਹੀ ਮੰਨਦਾ ਸੀ ਗੁਰੂ ਨਾਨਕ ਨੂੰ। ਮੁਹੰਮਦ ਸਾਹਿਬ ਦੇ ਵਿੱਚ ਤੇ ਗੁਰੂ ਨਾਨਕ ਦੇ ਵਿੱਚ ਕੋਈ ਭੇਦ ਨਹੀਂ ਸਮਝਦਾ ਸੀ। ਐਸਾ ਰਾਏ ਬੁਲਾਰ ਜੀ ਦੇ ਮਨ ਦੇ ਅੰਦਰ ਬੜੀ ਭਾਵਨਾ ਸੀ ਕਿ ਸਤਿਗੁਰੂ ਜੀ ਨਿੱਕੇ ਹੁੰਦੇ ਬਚਪਨ ਦੇ ਵਿੱਚ ਤੇ ਮੇਰੇ ਘਰੇ ਕਦੀ ਆਏ ਨਹੀਂ, ਹੁਣ ਜਵਾਨ ਹੋਏ ਹਨ, ਹੁਣ ਨਗਰ ਦੇ ਵਿੱਚ ਆਏ ਹਨ, ਮੈਂ ਬੇਨਤੀ ਕਰਕੇ ਵੇਖਾਂ ਕਿ ਮੇਰੇ ਘਰੇ ਕੀ ਪਤਾ ਚਲੇ ਜਾਣ। ਰਾਏ ਬੁਲਾਰ ਨੇ ਬੇਨਤੀ ਕੀਤੀ ਸਤਿਗੁਰਾਂ ਅੱਗੇ ਕਿ ਮਹਾਰਾਜ ਸਾਹਿਬ ਜੀ ਕਿਰਪਾ ਕਰੋ, ਸਾਡੇ ਵੀ ਗਰੀਬਾਂ ਦੇ ਘਰੇ ਚਰਨ ਪਾਓ। ਬੜੀ ਤਾਂਘ ਹੈ ਕਿ ਆਪ ਜੀ ਦੇ ਚਰਨ ਪਰਸਨੇ ਨੇ। ਸਤਿਗੁਰੂ ਜੀ ਨੇ ਟੁੱਟ ਕੇ ਦਾਤ ਦਿੱਤੀ। ਰਾਏ ਬੁਲਾਰ ਦੇ ਘਰੇ ਚਲੇ ਗਏ ਮਹਾਰਾਜ ਸਾਹਿਬ ਜੀ। ਰਾਏ ਬੁਲਾਰ ਨੇ ਸਤਿਗੁਰਾਂ ਦੇ ਚਰਨ ਧੋਤੇ ਤੇ ਚਰਨਾਂ ਅੰਮ੍ਰਿਤ ਛਕਿਆ। ਜਿਵੇਂ ਆਖਾਂ ਆਪਾਂ ਗੁਰਸਿੱਖ ਜਦੋਂ ਗੁਰਸਿੱਖੀ ਧਾਰਨ ਕਰਨੀ ਹੋਵੇ, ਗੁਰੂ ਨਾਨਕ ਦੇ ਸਕੂਲ ਦੇ ਵਿੱਚ ਦਾਖਲਾ ਲੈਣਾ ਹੋਵੇ, ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕੀਦਾ ਹੈ। ਪਰ ਪਹਿਲੋਂ ਇਹ ਰੀਤੀ ਸੀ ਪੰਥ ਦੇ ਅੰਦਰ 9 ਪਾਤਸ਼ਾਹੀਆਂ ਦੇ ਵਿੱਚ ਚਰਨਾ ਅੰਮ੍ਰਿਤ ਛਕਾਇਆ ਜਾਂਦਾ ਸੀ। ਜਿਸ ਕਿਸੇ ਨੇ ਵੀ ਗੁਰਸਿੱਖੀ ਧਾਰਨ ਕਰਨੀ ਸੀ ਉਹ ਚਰਨਾ ਅੰਮ੍ਰਿਤ ਛਕਦਾ ਸੀ। ਰਾਏ ਬੁਲਾਰ ਨੇ ਵੀ ਸਤਿਗੁਰਾਂ ਦੇ ਚਰਨ ਧੋ ਕੇ ਚਰਨਾ ਅੰਮ੍ਰਿਤ ਛਕਿਆ ਅਤੇ ਸਤਿਗੁਰਾਂ ਦਾ ਪੱਕਾ ਗੁਰਸਿੱਖ ਬਣ ਗਿਆ। ਮਹਾਰਾਜ ਸਾਹਿਬ ਜੀ ਅੱਗੇ ਬੇਨਤੀ ਕਰਨ ਲੱਗਾ ਕਿ ਸਤਿਗੁਰੂ ਜੀ, ਅਕਾਲ ਪੁਰਖ ਨੇ ਦਾਤ ਬਖਸ਼ੀ ਹੈ, ਮੈਂ ਇਲਾਕੇ ਦਾ ਚੌਧਰੀ ਹਾਂ, ਰਾਜਾ ਹਾਂ,
ਕਈ ਵਾਰੀ ਮਨ ਦੇ ਵਿੱਚ ਹੰਕਾਰ ਜਿਹਾ ਆ ਜਾਂਦਾ ਕਿ ਮੈਂ ਰਾਜਾ ਹਾਂ, ਬਾਕੀ ਸਾਰੇ ਪ੍ਰਜਾ ਹਨ, ਬਾਕੀ ਸਾਰੇ ਗਰੀਬ ਜੇ ਗੁਰਦੇ ਜੇ, ਤੇ ਮੈਂ ਇਕੱਲਾ ਹੀ ਰਾਜਾ ਇਸ ਜਗ੍ਹਾ ਤੇ, ਸਾਰਿਆਂ ਨੂੰ ਦਾਨ ਪੁੰਨ ਕਰਦਾ ਹਾਂ। ਕਹਿਣ ਲੱਗਾ ਕਿ ਮਹਾਰਾਜ ਸਾਹਿਬ ਜੀ ਕਦੀ ਕਦੀ ਹੰਕਾਰ ਆ ਜਾਂਦਾ ਹੈ ਅੰਦਰ, ਆਪ ਜੀ ਕਿਰਪਾ ਕਰਕੇ ਹੰਕਾਰ ਨੂੰ ਨਿਰਵਿਰਤ ਕਰੋ, ਹੰਕਾਰ ਨੂੰ ਅੰਦਰੋਂ ਸਾੜ ਹੀ ਦਿਓ, ਕਿਉਂਕਿ ਸੰਗਤ ਜੀ ਜਿਹੜਾ ਹੰਕਾਰ ਹੈ ਇਹਨੂੰ ਗੁਰੂ ਤੋਂ ਬਗੈਰ ਕੋਈ ਸਾੜ ਨਹੀਂ ਸਕਦਾ। ਇਹ ਸਤਿਗੁਰਾਂ ਦਾ ਹੀ ਪਾਵਨ ਉਪਦੇਸ਼ ਹੈ, ਜਿਹਦੇ ਨਾਲ ਮੋਹ ਮਮਤਾ ਹੰਕਾਰ ਦਾ ਜਿਹੜਾ ਜਾਲ ਹੈ ਸੜ ਕੇ ਸੁਆਹ ਹੋ ਜਾਂਦਾ ਹੈ। ਹੋਰ ਕੋਈ ਜੀਵ ਦਾ ਜ਼ੋਰ ਨਹੀਂ ਕਿ ਜੀਵ ਆਪਦੇ ਜ਼ੋਰ ਦੇ ਨਾਲ ਹੀ ਹੰਕਾਰ ਨੂੰ ਸਾੜ ਦੇਵੇ। ਹੰਕਾਰ ਤੇ ਵੱਡਿਆਂ ਵੱਡਿਆਂ ਨੂੰ ਸਾੜ ਦਿੰਦਾ ਹੈ, ਪਰ ਆਪ ਨਹੀਂ ਸੜਦਾ। ਇਹ ਕੇਵਲ ਤੇ ਕੇਵਲ ਗੁਰੂ ਨਾਨਕ ਦੀ ਸਿੱਖੀ ਹੈ, ਜਿਹਦੇ ਵਿੱਚ ਹੰਕਾਰ ਦਾ ਜਿੱਡਾ ਮਰਜ਼ੀ ਤਕੜਾ ਜਾਲ ਹੋਵੇ, ਗੁਰੂ ਨਾਨਕ ਦੀ ਸਿੱਖੀ ਗ੍ਰਹਿਣ ਕਰਨ ਦੇ ਨਾਲ ਹੰਕਾਰ ਚਕਨਾਚੂਰ ਹੋ ਜਾਂਦਾ ਹੈ, ਸਾਰਾ ਹੀ ਨਾਸ਼ ਹੋ ਜਾਂਦਾ ਹੈ। ਰਾਏ ਬੁਲਾਰ ਨੇ ਵੀ ਸਤਿਗੁਰਾਂ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜੀ ਕਿਰਪਾ ਕਰੋ, ਕੋਈ ਐਸਾ ਉਪਦੇਸ਼ ਬਖਸ਼ੋ, ਐਸੀ ਕੋਈ ਬਾਣੀ ਦੀ ਤੁਕ ਬਖਸ਼ੋ, ਜਿਹਦੇ ਨਾਲ ਮੇਰਾ ਹਿਰਦਾ ਵਲੂੰਦਰਿਆ ਜਾਵੇ, ਪਤਾ ਲੱਗ ਜੇ ਕਿ ਕਾਹਦਾ ਹੰਕਾਰ ਕਰਨਾ, ਕੁਝ ਹੈ ਹੀ ਨਹੀਂ ਜਦ। ਫਿਰ ਰਾਏ ਬੁਲਾਰ ਦੀ ਬਾਬਤ ਸੱਚੇ ਸੁਆਮੀ ਗੁਰੂ ਨਾਨਕ ਦੇਵ ਜੀ ਨਿਰੰਕਾਰ ਜੀ ਪ੍ਰਮਾਣ ਕਰਦੇ ਹਨ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਸਤਿਗੁਰੂ ਜੀ ਕਹਿੰਦੇ ਰਾਜਨ ਕਾਹਦਾ ਹੰਕਾਰ ਕਰਨਾ, ਜਿਹੜਾ ਇੱਕ ਤਖਤ ਤੇ ਰਾਜਾ ਬੈਠਾ ਹੈ ਉਹ ਰਾਜਾ ਵੀ ਝੂਠਾ ਹੈ, ਜਿਹੜਾ ਉਹਦਾ ਸਾਰਾ ਰਾਜ ਭਾਗ ਹੈ ਉਹ ਵੀ ਝੂਠਾ ਹੈ। ਕੂੜ ਪਰਜਾ, ਪਰਜਾ ਕਹੀਏ ਜਿਹੜੀ ਰਾਜੇ ਦੀ ਸਾਰੀ ਰਈਅਤ ਹੈ, ਜਿਹਨੂੰ ਪ੍ਰਜਾ ਵੀ ਕਹਿ ਦਿੰਦੇ ਨੇ, ਪਰ ਅਰਥ ਬਦਲਣ ਦੇ ਵਾਸਤੇ, ਅਖਰੀ ਅਰਥ ਕਰਨ ਦੇ ਵਾਸਤੇ ਰਈਅਤ ਵੀ ਕਹਿ ਦਿੰਦੇ। ਮਹਾਰਾਜ ਸਾਹਿਬ ਜੀ ਕਹਿੰਦੇ ਕਿ ਜਿਹੜੀ ਤੇਰੀ ਪ੍ਰਜਾ ਹੈ ਇਹ ਵੀ ਝੂਠੀ ਹੈ, ਨਾਸ਼ਵੰਤ ਹੈ, ਕੋਈ ਸਦਾ ਨਹੀਂ ਰਹਿਣ ਵਾਲੀ। ਜੇ ਇੱਕ ਰਾਜਾ ਹੈ, ਭਾਵੇਂ ਜਿੰਨਾ ਮਰਜ਼ੀ ਉਹਦੇ ਕੋਲ ਧਨ ਮਾਲ ਹੋਵੇ, ਪਰ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਵੀ ਝੂਠਾ ਹੈ, ਸਦਾ ਥਿਰ ਨਹੀਂ ਰਹਿਣਾ ਉਹਨੇ, ਜਿੰਨਾ ਮਰਜ਼ੀ ਅਮੀਰ ਹੋਵੇ, ਤੇ ਭਾਵੇਂ ਪ੍ਰਜਾ ਜਿੰਨੀ ਮਰਜ਼ੀ ਗਰੀਬ ਹੋਵੇ, ਰਹਿਣਾ ਪ੍ਰਜਾ ਨੇ ਵੀ ਨਹੀਂ। ਕੂੜ ਸਭ ਸੰਸਾਰ, ਜਿੰਨਾ ਸੰਸਾਰ ਸਾਰਾ ਝੂਠ ਦਾ ਪਸਾਰਾ ਹੈ, ਇਹ ਕਿਤੇ ਸੱਚਾ ਨਾ ਸਮਝ ਲਿਓ। ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੀਤ। ਨਾਵੇਂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਗੁਰਸਿੱਖੋ, ਜਿਹੜੀ ਸੰਸਾਰ ਦੀ ਰਚਨਾ ਹੈ ਇਹ ਤੇ ਸਾਰੀ ਝੂਠੀ ਹੈ, ਇਹ ਆਪਦੇ ਹਿਰਦੇ ਦੇ ਵਿੱਚ ਦ੍ਰਿੜ ਕਰਕੇ ਰੱਖ ਲਓ। ਇਹ ਤੇ ਇਸ ਪ੍ਰਕਾਰ ਹੈ ਜਿਵੇਂ ਰੇਤਾ ਦਾ ਬੰਨ੍ਹ ਲੱਗਾ ਹੋਵੇ, ਰੇਤਾ ਦੀ ਕੰਧ ਹੋਵੇ, ਕੀ ਪਤਾ ਕਦੋਂ ਢਹਿ ਜਾਣੀ, ਇਹੋ ਜਿਹਾ ਸੰਸਾਰ ਹੈ, ਰੇਤਾ ਦੀ ਕੰਧ ਦੀ ਨਿਆਈ। ਸਤਿਗੁਰੂ ਜੀ ਕਹਿੰਦੇ ਜੇ ਰਾਜਾ ਹੈ, ਰਾਜ ਕਮਾਉਂਦਾ ਹੈ, ਜੇ ਪ੍ਰਜਾ ਦੇ ਵਿੱਚ ਪ੍ਰਜਾ ਰਹਿੰਦੀ ਹੈ, ਰਈਅਤ ਰਹਿੰਦੀ ਹੈ, ਤੇ ਉਹ ਸਾਰਾ ਸੰਸਾਰ ਜਿਹੜਾ ਇੰਨਾ ਵਸਦਾ ਹੈ ਤ੍ਰਿਉ ਗੁਣੀ ਹੋ ਕੇ, ਮਹਾਰਾਜ ਸਾਹਿਬ ਜੀ ਕਹਿੰਦੇ ਸਾਰਾ ਝੂਠਾ ਹੈ। ਕੂੜ ਮੰਡਪ ਕੂੜ ਮਾੜੀ ਕੂੜ ਬੈਸਨ ਹਾਰ। ਸਤਿਗੁਰੂ ਜੀ ਕਹਿੰਦੇ ਜਿਹੜੇ ਆਲੇ ਦੁਆਲੇ ਫੁੱਲਾਂ ਦੇ ਸੋਹਣੇ ਸੋਹਣੇ ਬਗੀਚੇ ਬਣਾ ਕੇ, ਆਸੇ ਪਾਸੇ ਫੁੱਲ ਲਾ ਕੇ ਬੜਾ ਸੋਹਣਾ ਮੰਡਪ ਸਜਾਇਆ ਹੈ, ਰਾਜ ਮਹਿਲ ਬਣਾਇਆ ਹੈ, ਜਿਹੜਾ ਸਤਿਗੁਰੂ ਜੀ ਕਹਿੰਦੇ ਉਹ ਵੀ ਝੂਠਾ ਹੀ ਰਾਜ ਹੈ ਨਾ, ਕੋਈ ਸੱਚਾ ਨਹੀਂ ਉਹਨੂੰ ਕਹਿ ਸਕਦੇ ਆਪਾਂ। ਜਿਹੜੀਆਂ ਮਹਿਲ ਵਾਣੀਆਂ ਇੰਨੀਆਂ ਤਗੜੀਆਂ ਤਿਆਰ ਕੀਤੀਆਂ ਨੇ, ਸਤਿਗੁਰੂ ਜੀ ਕਹਿੰਦੇ ਸਾਰੀਆਂ ਹੀ ਝੂਠੀਆਂ ਨੇ। ਕੂੜ ਮਾੜੀ, ਮਾੜੀ ਕਹੀਏ ਕਿ ਹਵੇਲੀਆਂ ਹੁੰਦੀਆਂ ਨੇ ਜਿਹੜੀਆਂ ਵੱਡੀਆਂ ਵੱਡੀਆਂ ਛੱਤੀਆਂ ਨੇ ਜਿਹੜੀਆਂ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਝੂਠੀਆਂ ਹੀ ਨੇ, ਕਿਤੇ ਸੱਚੀਆਂ ਨਾ ਸਮਝ ਬੈਠੀ। ਕੂੜ ਬੈਸਣ ਹਾਰ, ਜਿਹੜੇ ਰਾਜ ਮਹਿਲਾਂ ਦੇ ਵਿੱਚ, ਮਹਿਲ ਮਾੜੀਆਂ ਦੇ ਵਿੱਚ ਜਿਹੜੇ ਰਹਿੰਦੇ ਨੇ, ਬੈਸਣ ਹਾਰ ਕਹੀਏ ਕਿ ਬਹਿਣ ਵਾਲੇ, ਰਾਜ ਕਰਨ ਵਾਲੇ, ਜਿਹੜੇ ਉੱਥੇ ਵੱਸਦੇ ਨੇ, ਜਿਨ੍ਹਾਂ ਦਾ ਰਹਿਣ ਬਸੇਰਾ ਉੱਥੇ ਹੈ, ਮਹਾਰਾਜ ਸਾਹਿਬ ਜੀ ਕਹਿੰਦੇ ਉਹ ਵੀ ਝੂਠ ਨੇ, ਕੋਈ ਸੱਚੇ ਨਹੀਂ, ਸਦਾ ਥਿਰ ਨਹੀਂ ਰਹਿਣ ਵਾਲੇ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ। ਸਤਿਗੁਰੂ ਜੀ ਕਹਿੰਦੇ ਜਿਹੜੇ ਰਾਜੇ ਨੇ ਗਲਾਂ ਦੇ ਵਿੱਚ ਸੋਨਾ ਪਾਉਂਦੇ ਨੇ, ਚਾਂਦੀ ਆਦਿਕ ਪਾਉਂਦੇ ਨੇ, ਗਹਿਣੇ ਪਾਉਂਦੇ ਨੇ,
ਮਹਾਰਾਜ ਸਾਹਿਬ ਜੀ ਕਹਿੰਦੇ ਸੋਇਨਾ, ਜਿਹੜਾ ਸੋਇਨਾ ਹੈ ਵੀ ਕੂੜ ਕਹੀਏ ਕਿ ਝੂਠਾ ਹੈ, ਕੋਈ ਸੱਚਾ ਨਹੀਂ ਸੋਨਾ ਜਿਹੜਾ ਪਾਉਂਦੇ ਹਾਂ ਅਸੀਂ। ਕੂੜ ਰੂਪਾ, ਜਿਹੜਾ ਰੂਪਾ ਕਹੀਏ ਕਿ ਚਾਂਦੀ ਦੀ ਧਾਤ ਹੈ, ਇਹ ਵੀ ਕੋਈ ਸੱਚੀ ਨਹੀਂ, ਸਦਾ ਨਹੀਂ ਰਹਿਣ ਵਾਲੀ, ਇਹ ਵੀ ਬਿਨਸਨਹਾਰ ਹੈ। ਕੂੜ ਪਹਿਨਣਹਾਰ, ਤੇ ਜਿਹੜੇ ਇਹਨਾਂ ਨੂੰ ਗਹਿਣਿਆਂ ਨੂੰ ਪਹਿਨਦੇ ਨੇ ਰਹਿਣਾ ਉਹਨਾਂ ਵੀ ਨਹੀਂ, ਉਹਨਾਂ ਵੀ ਨਾਸ ਹੋ ਹੀ ਜਾਣਾ, ਉਹ ਵੀ ਝੂਠੇ ਹੀ ਨੇ। ਤਾਈਓ ਤੇ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਸਾਨੂੰ ਸਰਬਲੋ ਦੀ ਧਾਤ ਦਿੱਤੀ, ਜਿੰਦਾ ਧਾਤ, ਜਿਹੜੀ ਸਦਾ ਨਾਲ ਨਿਭ ਸਕੇ। ਕਕਾਰ ਨਹੀਂ ਸੰਗਤ ਜੀ ਕਿਤੇ ਜਾਂਦੇ, ਕਹਿ ਦਿੰਦੇ ਨੇ ਕਿ ਜਦੋਂ ਸੰਸਕਾਰ ਹੋ ਗਿਆ ਕਕਾਰ ਇੱਥੇ ਰਹਿ ਗਏ, ਪਰ ਕਿਸੇ ਗੁਰਮੁਖ ਪਿਆਰੇ ਨੂੰ ਕਦੀ ਬ੍ਰਹਮ ਗਿਆਨੀ ਮਹਾਂਪੁਰਖ ਨੂੰ ਪੁੱਛ ਕੇ ਵੇਖਿਓ ਕਕਾਰ ਇੱਥੇ ਰਹਿੰਦੇ ਕਿ ਨਾਲ ਜਾਂਦੇ ਨੇ। ਪਰ ਗੁਰਬਾਣੀ ਵਰਣਨ ਕਰਦੀ ਹੈ ਕਿ ਜਿਹੜਾ ਕਿਸੇ ਨੇ ਗਹਿਣਾ ਗੱਟਾ ਪਾਇਆ, ਕੋਈ ਸੋਨੇ ਚਾਂਦੀ ਦੇ ਹੀਰੇ ਜਵਾਹਰਾਤ ਪਾਏ ਨੇ, ਕੋਈ ਗਹਿਣੇ ਪਾਏ ਨੇ ਆਪਦੇ ਗਲਾਂ ਦੇ ਵਿੱਚ, ਸਤਿਗੁਰੂ ਜੀ ਕਹਿੰਦੇ ਨਾ ਤੇ ਉਹ ਗਹਿਣੇ ਰਹਿਣੇ ਨੇ ਤੇ ਨਾ ਗਹਿਣਿਆਂ ਨੂੰ ਪਾਉਣ ਵਾਲਾ ਰਹਿਣਾ ਹੈ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ, ਜਿਹੜੀ ਇਹ ਕਾਇਆ ਸਾਡਾ ਸਰੀਰ ਹੈ, ਪੰਜਾਂ ਧਾਤਾਂ ਦੀ ਬੌਟੀ ਬਣਾਈ ਅਕਾਲ ਪੁਰਖ ਨੇ, ਸਤਿਗੁਰੂ ਜੀ ਕਹਿੰਦੇ ਇਹ ਵੀ ਝੂਠ ਦੀ ਹੈ। ਕੂੜ ਕੱਪੜ, ਜਿਹੜੇ ਇੰਨੇ ਮਹਿੰਗੇ ਮਹਿੰਗੇ ਬ੍ਰਾਂਡ ਪਾਉਂਦੇ ਹਾਂ ਅਸੀਂ, ਇਹ ਮਿੱਟੀ ਦੇ ਭਾਂਡੇ ਦੇ ਉੱਤੇ ਬ੍ਰਾਂਡ ਪਾਉਂਦੇ ਬੜੇ ਮਹਿੰਗੇ ਮਹਿੰਗੇ, ਸਤਿਗੁਰੂ ਜੀ ਕਹਿੰਦੇ ਉਹ ਕੱਪੜੇ ਵੀ ਝੂਠੇ ਹੀ ਨੇ, ਕੋਈ ਸੱਚੇ ਨਹੀਂ। ਕੂੜ ਰੂਪ ਅਪਾਰ, ਜੀਵ ਸੋਹਣਾ ਬਣਨ ਦੇ ਵਾਸਤੇ ਕਿ ਮੈਂ ਪਰੇ ਤੋਂ ਪਰੇ ਲੱਗਾ, ਇਹ ਬਣਨ ਦੇ ਵਾਸਤੇ ਬੜਾ ਰੂਪ ਚੱਜ ਕਰਦਾ ਹੈ, ਬੜੇ ਤਰ੍ਹਾਂ ਦੇ ਪਾਊਡਰ ਲਾਉਂਦਾ ਹੈ ਆਪਦੇ ਮੁੱਖ ਦੇ ਉੱਤੇ, ਬੜੀਆਂ ਕਰੀਮਾਂ ਲਾਉਂਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਸੁੰਦਰਤਾ ਹੀ ਵੱਧ ਜਾਵੇ। ਜਿਹੜਾ ਰੂਪ ਹੈ ਇੱਕ ਰੂਪ ਤੋਂ ਬਦ ਸੂਰਤ ਤੋਂ ਵਧੀਆ ਹੋ ਜਾਵੇ, ਸੂਰਤ ਜਿਹੜੀ ਹੈ ਸਵਰੂਪ ਮੇਰਾ ਚੰਗਾ ਹੋ ਜਾਵੇ। ਇਹਦੇ ਵਾਸਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਯਤਨ ਕਰਦੇ ਨੇ ਉਹ ਵੀ ਝੂਠੇ ਨੇ, ਤੇ ਜਿਹੜਾ ਯਤਨ ਹੋ ਰਿਹਾ ਹੈ ਉਹ ਵੀ ਝੂਠਾ ਹੀ ਹੈ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਮੀਆਂ ਕਹਿੰਦੇ ਨੇ ਇਸਲਾਮ ਮੱਤ ਦੇ ਵਿੱਚ ਮਰਦ ਨੂੰ ਮੀਆਂ ਕਹਿੰਦੇ ਨੇ ਪੁਰਸ਼ ਨੂੰ, ਤੇ ਇਸਲਾਮ ਮੱਤ ਦੇ ਵਿੱਚ ਮੁਸਲਮਾਨੀ ਮੱਤ ਦੇ ਵਿੱਚ ਬੀਬੀ ਕਹਿੰਦੇ ਨੇ ਔਰਤ ਨੂੰ। ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਪੁਰਸ਼ ਹੈ ਸੰਸਾਰ ਦੇ ਉੱਤੇ ਵੀ ਝੂਠ ਦਾ ਪਸਾਰਾ ਹੈ, ਵੀ ਝੂਠ ਹੀ ਹੈ। ਜਿਹੜੀ ਬੀਬੀ ਔਰਤ ਹੈ ਵੀ ਝੂਠ ਹੈ। ਖੱਪ ਹੋਏ ਖਾਰ, ਵਿਸ਼ੇ ਵਿਕਾਰਾਂ ਦੇ ਵਿੱਚ ਖੱਪ ਹੋਏ ਹਨ, ਵਿਸ਼ੇ ਵਿਕਾਰਾਂ ਦੇ ਵਿੱਚ ਖਚਤ ਹੋ ਕੇ ਸਤਿਗੁਰੂ ਜੀ ਕਹਿੰਦੇ ਅਖੀਰ ਨੂੰ ਸਵਾਹ ਹੋਏ ਹਨ। ਕੂੜ ਕੂੜੈ ਨੇਹ ਲੱਗਾ ਵਿਸਰਿਆ ਕਰਤਾਰ, ਝੂਠੀ ਕਾਇਆ ਤੇ ਝੂਠੇ ਹੀ ਧਨ ਪਦਾਰਥ, ਇਹਨਾਂ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਜੀਵ ਦਾ ਮੋਹ ਲੱਗ ਗਿਆ। ਕਹਿੰਦਾ ਕਿ ਮੇਰੇ ਧੀਆਂ ਪੁੱਤ ਬੜੇ ਸੋਹਣੇ ਨੇ, ਮੈਂ ਕੋਠੀ ਪਾਈ ਬੜੀ ਜ਼ਿਆਦਾ ਵਧੀਆ ਬਣੀ, ਇਲਾਕਾ ਬੜੀ ਸ਼ੋਭਾ ਕਰਦਾ, ਤੂੰ ਕੋਠੀ ਬੜੀ ਵਧੀਆ ਪਾਈ, ਮੈਂ ਬਾਹਰ ਇੱਕ ਕੰਮ ਛੱਤਿਆ ਕੋਈ ਕੋਠਾ ਪਾਇਆ, ਕਹਿੰਦੇ ਬੜਾ ਵਧੀਆ ਮਹਿਲ ਮਾੜੀ ਬਣਾਈ ਹੈ ਤੂੰ, ਤੇਰੇ ਨਾਲ ਦੀ ਕੋਈ ਰੀਸ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਕੂੜ ਕੂੜਾ ਨੇਹੋਂ ਲੱਗਾ, ਉਹ ਜਿੰਨੇ ਬਣਾਈ ਆਪ ਵੀ ਝੂਠਾ, ਜਿਹੜੀ ਚੀਜ਼ ਬਣਾਈ ਉਹ ਵੀ ਝੂਠੀ, ਕੋਈ ਪੱਕੀ ਰਹਿਣ ਵਾਲੀ ਨਹੀਂ ਉਹ, ਤੇ ਉਹਦੇ ਨਾਲ ਪੈ ਗਿਆ ਮੋਹ, ਤੇ ਉਹਦੇ ਵਰਗੀ ਕੋਈ ਚੀਜ਼ ਹੀ ਨਹੀਂ। ਵਿਸਰਿਆ ਕਰਤਾਰ, ਜਿਹਦੇ ਹੱਥ ਵਿੱਚ ਸੰਸਾਰ ਦੀ ਡੋਰੀ ਸੀ ਨਾ, ਜਿੰਨੇ ਸਾਰੀਆਂ ਚੀਜ਼ਾਂ ਨੂੰ ਪਾਰਾ ਉਤਾਰਾ ਕਰਨਾ ਸੀ, ਸਤਿਗੁਰੂ ਜੀ ਕਹਿੰਦੇ ਉਹ ਵਿਸਰ ਗਿਆ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਿਹੜੀ ਦਾਤ ਸੀ ਉਹ ਪਿਆਰੀ ਹੋ ਗਈ, ਦਾਤਾਂ ਦੇਣ ਵਾਲਾ ਭੁੱਲ ਗਿਆ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਨੇ ਰਾਜਨ, ਜਿਹੜੀਆਂ ਮਹਿਲ ਮਾੜੀਆਂ ਨੇ ਤੇ ਮਹਿਲ ਮਾੜੀਆਂ ਨੂੰ ਭੋਗਣ ਵਾਲੇ ਨੇ ਜਿਹੜੇ, ਸਤਿਗੁਰੂ ਜੀ ਕਹਿੰਦੇ ਜਿਹੜਾ ਇਹਨਾਂ ਦੇ ਨਾਲ ਮੋਹ ਲੱਗਾ ਹੈ ਜੀਵਾਂ ਦਾ, ਉਹਨਾਂ ਨੂੰ ਕਰਤਾਰ ਵਾਹਿਗੁਰੂ ਵਿਸਰ ਗਿਆ ਹੈ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ, ਕਿਹਦੇ ਨਾਲ ਦੋਸਤੀ ਪਾਈਏ, ਯਾਰੀ ਕਿਹਦੇ ਨਾਲ ਪਾਈਏ, ਜਦੋਂ ਸਾਰਾ ਸੰਸਾਰ ਹੀ ਬਿਨਸਨਹਾਰ ਹੈ। ਸਾਰਿਆਂ ਨੇ ਤੁਰ ਜਾਣਾ ਇੱਥੇ। ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਇੱਥੇ ਤੇ ਸਾਰਿਆਂ ਨੇ ਤੋਰੀ ਜਾਣਾ। ਮਹਾਰਾਜ ਸਾਹਿਬ ਜੀ ਕਹਿੰਦੇ ਰਾਜਨ ਦੋਸਤੀ ਕਿਹਦੇ ਨਾਲ ਪਾਈਏ,
ਜੇ ਕਿਸੇ ਨਾਲ ਯਾਰੀ ਪਾਉਣੇ ਤੇ ਅਗਲਾ ਮਰ ਜਾਂਦਾ, ਅਸੀਂ ਵੀ ਮਰ ਜਾਂਦੇ ਹਾਂ। ਯਾਰੀ ਨਿਭਦੀ ਨਹੀਂ ਪੱਕੀ। ਯਾਰੀ ਪਾਈਏ ਕਿਹਦੇ ਨਾਲ? ਇਹ ਸਾਰਾ ਸੰਸਾਰ ਹੀ ਝੂਠਿਆਂ ਦਾ ਹੈ। ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ। ਸਤਿਗੁਰੂ ਜੀ ਕਹਿੰਦੇ ਜਿਹੜੇ ਮਿੱਠੇ ਮਿੱਠੇ ਮਾਇਕੇ ਪਕਵਾਨ ਖਾਂਦੇ ਹਾਂ ਅਸੀਂ, ਮਿੱਠੇ ਮਿੱਠੇ, ਕਹਿੰਦੇ ਕਿ ਉਹ ਵੀ ਸਾਰੇ ਝੂਠ ਦੇ ਹੀ ਹਨ। ਕੂੜ ਮਾਖਿਓ, ਮਾਖਿਓ ਕਹੀਏ ਕਿ ਜਿਵੇਂ ਮੱਖੀ ਦਾ ਸ਼ਹਿਦ ਹੁੰਦਾ, ਕਹਿੰਦੇ ਸਭ ਤੋਂ ਮਿੱਠਾ ਮੰਨਿਆ ਮੱਖੀ ਦਾ ਸ਼ਹਿਦ। ਇਹਦੋਂ ਮਿੱਠੀ ਕੋਈ ਹੋਰ ਵਸਤੂ ਨਹੀਂ ਮੰਨੀ ਦੁਨੀਆ ਦੇ ਉੱਤੇ, ਸਭ ਤੋਂ ਜ਼ਿਆਦਾ ਮਿੱਠਾ ਇਹ ਮੰਨਿਆ ਹੈ। ਤੇ ਸਤਿਗੁਰੂ ਜੀ ਕਹਿੰਦੇ ਜਾਂ ਕਈਆਂ ਨੂੰ ਇਹ ਲੱਗਦਾ ਹੈ ਸੰਸਾਰ ਹੈ ਤੇ ਜ਼ਹਿਰ ਵਾ, ਜ਼ਹਿਰ ਵਰਗਾ ਬੜਾ ਜ਼ਿਆਦਾ ਕੌੜਾ, ਪਰ ਕਈ ਇਹਨੂੰ ਮਿੱਠਾ ਮੰਨ ਕੇ ਸ਼ਹਿਦ ਵਰਗਾ ਮੰਨਦੇ ਨੇ। ਕਿਉਂਕਿ ਸੰਸਾਰ ਤੇ ਕੋਈ ਬਹੁਤਾ ਸੁੱਖ ਨਹੀਂ, ਸਾਰੇ ਸੁੱਖ ਝੂਠੇ ਨੇ ਨਾਮ ਤੋਂ ਬਗੈਰ। ਪਰ ਜਿਹੜੇ ਜੀਵ ਵਿਸ਼ੇ ਵਿਕਾਰਾਂ ਦੇ ਵਿੱਚ ਖਚਤ ਨੇ, ਕੋਈ ਪਾਪ ਨਹੀਂ ਕੋਈ ਪੁੰਨ ਨਹੀਂ ਕਰਦੇ, ਪਾਪਾਂ ਦੇ ਵਿੱਚ ਲੱਗੇ ਨੇ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਇਹ ਸੰਸਾਰ ਜਿਹੜਾ ਸ਼ਹਿਦ ਵਾਂਗੂ ਮਿੱਠਾ ਲੱਗਦਾ ਹੈ। ਇਹ ਜਿਹੜਾ ਝੂਠਾ ਸੰਸਾਰ ਹੈ ਨਾ, ਇਹ ਸਾਰਾ ਸ਼ਹਿਦ ਵਾਂਗੂ ਉਹਨਾਂ ਨੂੰ ਮਿੱਠਾ ਲੱਗਦਾ ਹੈ। ਕੂੜ ਡੋਬੇ ਪੂਰ। ਤੇ ਸਤਿਗੁਰੂ ਜੀ ਕਹਿੰਦੇ ਇੱਥੇ ਝੂਠ ਦੇ ਮਗਰ ਲੱਗ ਕੇ ਕਈਆਂ ਦੇ ਪੂਰਾਂ ਦੇ ਪੂਰ ਹੀ ਤੁਰ ਗਏ, ਕੋਈ ਇੱਕ ਨਹੀਂ ਗਿਆ ਝੂਠ ਦੇ ਮਗਰ ਲੱਗ ਕੇ। ਪੂਰ ਕਹਿੰਦੇ ਨੇ ਜਿਵੇਂ ਬੇੜੇ ਦੇ ਵਿੱਚ ਮੁਸਾਫਰ ਹੁੰਦੇ ਨੇ, ਉਹਨਾਂ ਨੂੰ ਪੂਰ ਕਿਹਾ ਜਾਂਦਾ ਹੈ। ਸੰਸਾਰ ਸਮੁੰਦਰ ਦੇ ਵਿੱਚ ਬੜੇ ਜਾਣੇ ਡੁੱਬੇ ਨੇ ਝੂਠ ਦੇ ਮਗਰ ਲੱਗ ਕੇ। ਹੁਣ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਆ ਕਿ ਗੁਰਸਿੱਖੋ ਤੁਸੀਂ ਨਾ ਕਿਤੇ ਸੰਸਾਰ ਸਮੁੰਦਰ ਦੇ ਵਿੱਚ ਹੀ ਡੁੱਬ ਜਾਏ, ਇਹ ਤੋਂ ਪਾਰ ਲੰਘਣਾ ਹੈ। ਤੇ ਜਹਾਜ਼ ਕੋਈ ਵਿਰਲਾ ਹੀ ਤਗੜਾ ਹੀ ਜਹਾਜ਼ ਲੰਘਦਾ ਇਸ ਤੋਂ, ਇਹ ਕੋਈ ਸਮੁੰਦਰ ਛੋਟਾ ਨਹੀਂ। ਸੰਸਾਰ ਸਮੁੰਦਰ ਜਿਹੜਾ ਹੈ ਇਹ ਬਾਹਲਾ ਹੀ ਜ਼ਿਆਦਾ ਅਗਾਧ ਬੋਧ ਹੈ। ਇਸ ਕਰਕੇ ਇਹਨੂੰ ਤੇ ਇੱਕ ਹੀ ਬੇੜਾ ਪਾਰ ਲੰਘਾ ਸਕਦਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ। ਸਤਿਗੁਰੂ ਜੀ ਕਹਿੰਦੇ ਜਿਹੜਾ ਵਾਹਿਗੁਰੂ ਨਾਮ ਜਹਾਜ਼ ਹੈ ਨਾ, ਉਹ ਜਿਹੜਾ ਉੱਤੇ ਚੜ ਗਿਆ ਇੱਕ ਵਾਰੀ ਫਿਰ ਪਾਰ ਹੀ ਉਤਰਦਾ ਹੈ ਨਹੀਂ, ਕਿਤੇ ਰਾਜ ਰੁਕਦਾ ਸਟੇ ਆਉਂਦਾ ਹੈ, ਫਿਰ ਸਿੱਧਾ ਪਾਰ ਹੀ ਹੁੰਦਾ ਹੈ। ਉਹਦਾ ਪਾਰ ਉਤਾਰਾ ਜੀਵਦਾ ਹੁੰਦਾ ਹੈ। ਸੱਚਖੰਡ ਜਾ ਕੇ ਫਿਰ ਜਹਾਜ਼ ਰੁਕਦਾ ਉਹਦਾ। ਇਸ ਕਰਕੇ ਸਾਰਿਆਂ ਨੂੰ ਵਾਹਿਗੁਰੂ ਜਹਾਜ਼ ਤੇ ਚੜ੍ਹਨ ਦੀ ਲੋੜ ਹੈ। ਬਾਕੀ ਤੇ ਜਿਹੜੇ ਝੂਠ ਦੇ ਮਗਰ ਲੱਗ ਕੇ ਉਹਨਾਂ ਦੇ ਤੇ ਪੂਰਾਂ ਦੇ ਪੂਰ ਹੀ ਡੁੱਬ ਗਏ ਨੇ। ਨਾਨਕ ਵਖਾਣੈ ਬੇਨਤੀ, ਤੁਧ ਬਾਝ ਕੂੜੋ ਕੂੜ। ਜਗਤ ਸੁਆਮੀ ਗੁਰੂ ਨਾਨਕ ਦੇਵ ਜੀ ਵਰਣਨ ਕਰਦੇ ਨੇ, ਆਓ ਸਾਰੇ ਰਲ ਮਿਲ ਕੇ ਬੇਨਤੀ ਕਰੀਏ ਕਿ ਤੁਧ ਬਾਝ ਕੂੜੋ ਕੂੜ, ਕਿ ਹੇ ਅਕਾਲ ਪੁਰਖ ਜੀ ਤੇਰੇ ਤੋਂ ਬਗੈਰ ਤੇ ਸਾਰਾ ਝੂਠ ਦਾ ਪਸਾਰਾ ਹੈ। ਕੂੜ ਤੋਂ ਵੀ ਜ਼ਿਆਦਾ ਝੂਠ ਤੋਂ ਵੀ ਜ਼ਿਆਦਾ ਝੂਠ ਦਾ ਪਸਾਰਾ ਹੈ ਤੇਰੇ ਤੋਂ ਬਗੈਰ। ਜੇ ਤੂੰ ਭੁੱਲ ਗਿਆ ਤੇ ਫਿਰ ਮਹਾਰਾਜ ਸਾਹਿਬ ਜੀ ਕੁਝ ਵੀ ਨਹੀਂ, ਜੇ ਤੂੰ ਚੇਤੇ ਹੈ ਤੇ ਫਿਰ ਸਾਰਾ ਕੁਝ ਹੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਰੇ ਰਲ ਮਿਲ ਕੇ ਬੇਨਤੀਆਂ ਕਰੀਏ ਕਿ ਮਹਾਰਾਜ ਸਾਹਿਬ ਜੀ ਤੇਰੇ ਤੋਂ ਬਗੈਰ ਤੇ ਸਾਰਾ ਕੁਝ ਝੂਠ ਹੀ ਹੈ। ਮਹੱਲਾ ਪਹਿਲਾ। ਸੱਚ ਤਾ ਪਰ ਜਾਣੀਐ, ਜਰਦੈ ਸੱਚਾ ਹੋਏ। ਰਾਏ ਬੁਲਾਰ ਜੀ ਪੁੱਛਣ ਲੱਗੇ ਮਹਾਰਾਜ ਸਾਹਿਬ ਜੀ ਸਾਰਾ ਕੁਝ ਝੂਠ ਤੇ ਸੱਚ ਕੀ ਫਿਰ? ਆਪ ਜੀ ਕਿਰਪਾ ਕਰਕੇ ਦੱਸੋ ਕਿ ਸੱਚ ਵੀ ਕੁਝ ਹੋਵੇਗਾ। ਆਪ ਜੀ ਕਿਰਪਾ ਮਿਹਰਾਮਤ ਕਰੋ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਸੱਚ ਤਾ ਪਰ ਜਾਣੀਐ, ਜਰ ਹਿਰਦੈ ਸੱਚਾ ਹੋਏ। ਇਹ ਰਾਜਨ ਸੱਚ ਤੇ ਤਾਂ ਹੀ ਪਰ ਵਿਸ਼ੇਸ਼ ਕਰਕੇ ਜਾਣਿਆ ਜਾਂਦਾ ਹੈ ਜਦੋਂ ਹਿਰਦੇ ਦੇ ਅੰਦਰ ਸੱਚਾ ਵਾਹਿਗੁਰੂ ਵਸਦਾ ਹੋਵੇ। ਜਦੋਂ ਅੰਦਰ ਤੇ ਮੜੀਆਂ ਮਸਾਣੀਆਂ ਲੱਗੀਆਂ ਪਈਆਂ ਨੇ, ਉਧਰ ਦੀਵਾ ਜਗਾਉਣਾ, ਜਾ ਕੇ ਹੋਰ ਪਖੰਡ ਕਰਨੇ ਨੇ, ਤੜਕੇ ਅੰਮ੍ਰਿਤ ਵੇਲੇ ਗੁਰੂ ਘਰ ਆ ਜਾਣਾ, ਦੁਪਹਿਰੇ ਜੇ ਸਿਆਣੇ ਕੋ ਚਲ ਜਾਣਾ ਕਿਸੇ ਕੋ, ਜਦੋਂ ਇੱਧਰ ਬਿਰਤੀ ਹੈ ਝੂਠ ਦੇ ਅੰਦਰ, ਫਿਰ ਭਾਈ ਕਿੱਥੇ ਸੱਚਾ ਹਿਰਦੇ 'ਚ ਵਸੇਗਾ। ਜੇ ਸੱਚਾ ਹਿਰਦੇ 'ਚ ਵਸਾਉਣਾ ਹੈ ਫਿਰ ਤੇ ਅੱਠੋ ਪਹਿਰ ਹੀ ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਦਿਨ ਤੇ ਰਾਤ ਹੀ ਗੁਰੂ ਗ੍ਰੰਥ ਸਾਹਿਬ ਦਾ ਚੇਤਾ ਰੱਖੋ, ਬਾਕੀ ਸਾਰਿਆਂ ਨੂੰ ਛੱਡ ਦਿਓ। ਫਿਰ ਮਹਾਰਾਜ ਸਾਹਿਬ ਕਹਿੰਦੇ ਨੇ ਸੱਚ ਪਰ ਵਿਸ਼ੇਸ਼ ਕਰਕੇ ਜਾਣਿਆ ਜਾਵੇਗਾ ਜਿਹਦੇ ਹਿਰਦੇ ਦੇ ਅੰਦਰ ਸੱਚਾ ਵਾਹਿਗੁਰੂ ਵਸਦਾ ਹੈ। ਕੂੜ ਕੀ ਮਲ ਉਤਰੈ, ਤਨ ਕਰੇ ਹੱਛਾ ਧੋਏ। ਜਿਵੇਂ ਤਣ ਦੇ ਉੱਤੇ ਮੈਲ ਲੱਗੀ ਹੋਵੇ, ਉਹ ਸਾਬਣ ਤੇ ਪਾਣੀ ਦੇ ਸੰਗਮ ਨਾਲ ਲੱਥ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਜੇ ਮਨ ਨੂੰ ਮੈਲ ਲੱਗੀ ਹੋਵੇ, ਕਿਉਂਕਿ ਗੁਰਬਾਣੀ ਫਰਮਾਨ ਕਰਦੀ ਹੈ, ਜਨਮ ਜਨਮ ਕੀ ਇਸ ਮਨ ਕਾ ਮਲ ਲਾਗੀ।
ਕਾਲਾ ਹੁਆ ਸਿਆਹੂ। ਇਹ ਜਨਮਾਂ ਜਨਮਾਂਤਰਾਂ ਦੀ ਮੈਲ ਦੇ ਨਾਲ ਕਾਲਾ ਛਾਹ ਹੋਇਆ ਪਿਆ ਮਨ ਜਿਹੜਾ, ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਨਾਮ ਰੂਪੀ ਸਾਬਣ ਦੇ ਨਾਲ ਤੇ ਪ੍ਰੇਮ ਰੂਪੀ ਜਲ ਦੇ ਨਾਲ ਧੋ ਕੇ ਹੱਛਾ ਕਹੀਏ ਕਿ ਪਵਿੱਤਰ ਹੋ ਜਾਵੇਗਾ। ਸੱਚ ਤਾ ਪਰ ਜਾਣੀਐ ਜਾ ਸੱਚ ਧਰੇ ਪਿਆਰ। ਸਤਿਗੁਰੂ ਜੀ ਕਹਿੰਦੇ ਜਿਹਨੂੰ ਤੇਜ ਹੀ ਲੱਗੇ ਨਾ ਅੰਦਰੋਂ ਕਿ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਨੇ, ਕਈ ਅਜੇ ਇੰਨੇ ਵਡਭਾਗੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲੈਣ, ਕਈਆਂ ਦੇ ਕਰਮਾਂ ਜੀ ਨਹੀਂ ਅਜੇ, ਕਈ ਗੁਰੂ ਘਰ ਵੀ ਆ ਜਾਂਦੇ ਨੇ ਪਰ ਪ੍ਰਕਰਮਾ ਕਰਕੇ ਕਦੇ ਗੁਰੂ ਗ੍ਰੰਥ ਸਾਹਿਬ ਦਰਸ਼ਨ ਹੀ ਨਹੀਂ ਕੀਤੇ, ਵੇਖਿਆ ਹੀ ਨਹੀਂ ਕਿ ਮਹਾਰਾਜ ਸਾਹਿਬ ਜੀ ਦਾ ਸਰੂਪ ਕਿਹੋ ਜਿਹਾ ਹੈ। ਕਲਗੀਧਰ ਮਹਾਰਾਜ ਜੀ ਬਚਨ ਕਰਕੇ ਗਏ ਨੇ ਪ੍ਰਗਟ ਗੁਰਾਂ ਕੀ ਦੇ, ਤੇ ਵੇਖੀਏ ਤੇ ਸਹੀ ਪ੍ਰਗਟ ਗੁਰਾਂ ਦੀ ਦੇ ਦਰਸ਼ਨ ਤੇ ਕਰੀਏ ਜਿਹਦੇ ਨਾਲ ਸਾਡਾ ਜਨਮ ਦਾ ਸੰਸਾਰ ਆਵਾਗਮਨ ਜਿਹੜਾ ਹੈ ਮਿਟ ਜਾਵੇ। ਕਈਆਂ ਨੇ ਤੇ ਪ੍ਰਕਰਮਾ ਕਰਕੇ ਜੇ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਹੀਂ ਕੀਤੇ, ਗੁਰੂ ਕੀ ਸਾਰ ਸੰਗਤ ਵਿੱਚ ਆ ਕੇ ਹੀ ਨਹੀਂ ਬੈਠੇ ਕਈ। ਇਸ ਕਰਕੇ ਇਹ ਗੁਰਸਿੱਖਾਂ ਨੇ ਮਰਿਆਦਾ ਬਣਾਈ ਸੀ ਪਹਿਲੋਂ ਕਿ ਪ੍ਰਕਰਮਾ ਕਰੋ ਗੁਰੂ ਦਰਬਾਰ ਦੀ। ਇਹ ਸਲਾਮੀ ਹੁੰਦੀ ਹੈ ਕਿ ਮਹਾਰਾਜ ਸਾਹਿਬ ਜੀ ਤਨ ਵੀ ਤੇਰਾ, ਮਨ ਵੀ ਤੇਰਾ ਤੇ ਧਨ ਵੀ ਤੇਰਾ। ਇਹ ਅੱਜ ਕੱਲ੍ਹ ਗੁਰਸਿੱਖ ਭੁੱਲ ਗਏ। ਸਤਿਗੁਰੂ ਜੀ ਕਹਿੰਦੇ ਸੱਚ ਤਾਂ ਪਰ ਜਾਣੀਏ। ਗੁਰਸਿੱਖੋ ਸੱਚ ਤਾਂ ਪਰ ਵਿਸ਼ੇਸ਼ ਕਰਕੇ ਜਾਣਿਆ ਜਾਵੇ ਜੇ ਅੰਦਰੋਂ ਪ੍ਰੇਮ ਹੋਵੇ ਵਾਹਿਗੁਰੂ ਦੇ ਨਾਲ। ਜੇ ਅੰਦਰੋਂ ਵਾਹਿਗੁਰੂ ਦੇ ਨਾਲ ਪ੍ਰੇਮ ਨਹੀਂ ਨਾ, ਫਿਰ ਕਹਿੰਦੇ ਸੱਚ ਨਹੀਂ ਜਾਣਿਆ ਜਾ ਸਕਦਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹੜਾ ਪੰਜਾਂ ਤੱਤਾਂ ਦਾ ਕਰਤਾ ਦਾਤਾ ਵਾਹਿਗੁਰੂ ਹੈ, ਉਹ ਪ੍ਰੇਮ ਦੇ ਨਾਲ ਹੀ ਭਾਈ ਪ੍ਰਾਪਤ ਹੁੰਦਾ ਹੈ। ਇਸ ਕਰਕੇ ਪ੍ਰੇਮ ਦੀ ਭਾਵਨਾ ਇੰਨੀ ਜਗਾਓ ਕਿ ਮਹਾਰਾਜ ਸਾਹਿਬ ਜੀ ਪ੍ਰਸੰਨ ਹੋ ਜਾਣ, ਪ੍ਰਤੱਖ ਦਰਸ਼ਨ ਦੇ ਦੇਣ। ਕੋਈ ਵਡਭਾਗੀ ਹੁੰਦਾ ਜਿਹਨੂੰ ਮਹਾਰਾਜ ਸਾਹਿਬ ਜੀ ਪ੍ਰਤੱਖ ਦਰਸ਼ਨ ਦਿੰਦੇ ਨੇ, ਨਹੀਂ ਤੇ ਪਹਿਲੋਂ ਹੌਲੀ ਹੌਲੀ ਅਵਸਥਾ ਬਣਦੀ ਹੈ, ਸੁਪਨਿਆਂ ਦੇ ਵਿੱਚ ਦਰਸ਼ਨ ਹੁੰਦੇ ਨੇ, ਹੌਲੀ ਹੌਲੀ ਫਰਕ ਪੈਂਦਾ ਹੈ, ਪੈਂਦਾ ਫਿਰ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ। ਪਰ ਕਈਆਂ ਤੇ ਗੁਰੂ ਨਾਨਕ ਦੇਵ ਜੀ ਤੋਂ ਉੱਠ ਜਾਂਦੇ ਨੇ, ਪ੍ਰਤੱਖ ਦਰਸ਼ਨ ਦੇ ਦਿੰਦੇ ਨੇ। ਥੋੜਾ ਸਮਾਂ ਸਤ ਸੰਗਤ ਦੇ ਵਿੱਚ ਆਉਣ ਦੇ ਨਾਲ ਗੁਰੂ ਨਾਨਕ ਸਰੂਪ ਦੇ ਪ੍ਰਤੱਖ ਦਰਸ਼ਨ ਹੋ ਜਾਂਦੇ ਨੇ। ਪਰ ਗੱਲ ਕਿਹੜੀ ਹੈ, ਭਾਵੇਂ ਕਈਆਂ ਨੂੰ ਸਾਲ ਹੋ ਗਿਆ ਗੁਰੂ ਕੀ ਸੰਗਤ ਵਿੱਚ ਆਉਂਦਿਆਂ ਨੂੰ, ਪਰ ਅੰਦਰ ਪ੍ਰੇਮ ਨਹੀਂ ਜੁੜਿਆ, ਕਿਸੇ ਦੇ ਨਾਲ ਪ੍ਰੇਮ ਨਹੀਂ ਰੱਖਿਆ। ਗੁਰੂ ਘਰ ਆਈ ਗਏ ਪਰ ਸੰਗਤ ਬੈਠੀ ਲਾਗੇ, ਉਹਦੇ ਨਾਲ ਪ੍ਰੇਮ ਨਹੀਂ ਕੋਈ। ਈਰਖਾ ਦਵੈਖ ਰੱਖੀ ਉਹਨਾਂ ਨਾਲ ਵੀ, ਖਹਿਬਾਜ਼ੀ ਰੱਖੀ ਕਿ ਇਹ ਕਿਉਂ ਗੁਰੂ ਘਰ ਆਇਆ ਤੜਕੇ ਉੱਠ ਕੇ। ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਭਾਵੇਂ ਸਾਲ ਹੋ ਗਿਆ ਗੁਰੂ ਘਰ ਬੈਠਿਆਂ ਨੂੰ, ਪਰ ਜਿੰਨਾ ਚਿਰ ਅੰਦਰੋਂ ਪ੍ਰੇਮ ਨਹੀਂ ਜਾਗਿਆ ਉਹਨਾਂ ਚਿਰ ਭਾਵਨਾ ਨਹੀਂ ਬੱਝਣੀ। ਇਹ ਨਹੀਂ ਕਿ ਗੁਰੂ ਘਰ ਆਉਣਾ ਛੱਡ ਦਈਏ, ਪਾਰ ਉਤਾਰਾ ਗੁਰੂ ਗ੍ਰੰਥ ਸਾਹਿਬ ਜੀ ਨੇ ਹੀ ਕਰਨਾ ਨੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬਹਿ ਕੇ ਭਾਈ ਪ੍ਰੇਮ ਦੀ ਪਰਿਭਾਸ਼ਾ ਬੋਲੀ। ਜੇ ਕਿਸੇ ਨਾਲ ਗੱਲ ਕਰਨੀ ਪ੍ਰੇਮ ਦੇ ਨਾਲ ਕਰੀਏ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਜਿਹੜਾ ਸੱਜਣ ਸੁਆਮੀ ਹੈ ਸਾਡਾ, ਉਹ ਵੀ ਮਿੱਠ ਬੋਲੜਾ ਹੈ। ਤੇ ਜਿਹੋ ਜੀ ਕੋਕੋ ਉਹੋ ਜਿਹੇ ਬੱਚੇ ਹੋ ਹੀ ਜਾਂਦੇ ਨੇ। ਜਿਹੋ ਜਿਹਾ ਪਿਓ ਹੋਵੇ ਪੁੱਤਰ ਵੀ ਗਾਂ ਉਹੋ ਜਿਹੇ ਨਿਕਲਦੇ ਨੇ, ਜੇ ਪਿਓ ਦੀ ਸਿੱਖਿਆ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਦੇ ਭਾਈ ਸਿੱਖਿਆ ਦਈ ਜਾਂਦੇ ਨੇ, ਸਾਨੂੰ ਰੋਜ਼ ਹੀ ਵਰਣਨ ਕਰਦੇ ਹਨ ਮਹਾਰਾਜ ਸਾਹਿਬ ਜੀ ਕਿ ਦਿਨ ਰਾਤੀ ਯਾਦੋ ਪਿਆਰ। ਹੁਣ ਜੇ ਪੋਤੀ ਉਹੋ ਜਿਹੇ ਨਿਕਲ ਆਉਣ ਫਿਰ ਵੱਖਰੀ ਗੱਲ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਿਆ ਦਿੰਦੇ ਨੇ ਕਿ ਜਾ ਸੱਚ ਧਰੇ ਪਿਆਰ। ਜਿੰਨੇ ਸੱਚ ਪਾਉਣਾ ਨਾ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕਰਨੇ, ਉਹ ਪ੍ਰੇਮ ਨੂੰ ਧਾਰਨ ਕਰ ਲਵੇ। ਨਾਉ ਸੁਣ ਮਨ ਰਹਿਸੀਐ ਤਾ ਪਾਏ ਮੁਖ ਦੁਆਰ। ਸਤਿਗੁਰੂ ਜੀ ਕਹਿੰਦੇ ਜਿਹੜਾ ਮੁਕਤ ਹੋਣਾ ਚਾਹੁੰਦਾ ਉਹ ਬਚਨ ਸੁਣ ਲੇ ਕਿ ਨਾਉ ਸੁਣ ਮਨ ਰਹਿਸੀ ਹੈ। ਮੁਕਤ ਉਹ ਆ ਜਿਹੜਾ ਵਾਹਿਗੁਰੂ ਦਾ ਨਾਂ ਸੁਣ ਕੇ ਅੰਦਰੋਂ ਖੁਸ਼ ਹੋ ਜਾਵੇ। ਕਿਸੇ ਨੇ ਗੁਰੂ ਦੀ ਗੱਲ ਸੁਣਾਈ ਤੇ ਬੜਾ ਖੁਸ਼ ਹੋ ਗਿਆ ਕਿ ਵਾਹ ਵਾਹ ਗੁਰਸਿੱਖ ਨੇ ਗੁਰੂ ਦੀ ਗੱਲ ਸੁਣਾਈ ਹੈ, ਇਹਦੇ ਚਰਨ ਪਰਸਣੇ ਚਾਹੀਦੇ ਨੇ, ਇਹ ਅੰਦਰ ਡੰਡੌਤ ਕਰਨੀ ਚਾਹੀਦੀ, ਇਹਨੇ ਗੁਰੂ ਦੀ ਗੱਲ ਸੁਣਾਈ। ਬੜਾ ਵਡਭਾਗੀ ਸਮਾਂ ਹੈ ਇਹ। ਸਤਿਗੁਰੂ ਜੀ ਕਹਿੰਦੇ ਉਹ ਮੁਕਤੀ ਹੈ ਜਿਹਨੇ ਮਨ ਦੇ ਵਿੱਚ ਇੰਨਾ ਜ਼ਿਆਦਾ ਚਾਅ ਆ ਗਿਆ ਕਿ ਮੈਂ ਗੁਰੂ ਦੀ ਗੱਲ ਸੁਣ ਲਈ, ਅੰਦਰੋਂ ਖੁਸ਼ ਹੋ ਗਿਆ, ਮਨ ਜਿਹੜਾ ਖਿੜ ਗਿਆ। ਸਤਿਗੁਰੂ ਜੀ ਕਹਿੰਦੇ ਪਾਏ ਮੁਖ ਦੁਆਰ, ਉਹਨੂੰ ਮੁਕਤੀ ਦਾ ਦੁਆਰ ਪ੍ਰਾਪਤ ਹੋ ਜਾਂਦਾ ਹੈ। ਸੱਚ ਤਾ ਪਰ ਜਾਣੀਐ ਜਾ ਜੁਗਤ ਜਾਣੈ ਜੀਓ। ਸਤਿਗੁਰੂ ਜੀ ਫਰਮਾਨ ਕਰਦੇ ਹਨ
ਸੱਚ ਤਾਂ ਹੀ ਪਰ ਵਿਸ਼ੇਸ਼ ਕਰਕੇ ਜਾਣਿਆ ਜਾਂਦਾ ਹੈ ਜੇ ਜੀ ਦੇ ਅੰਦਰ ਗੁਰੂ ਦੁਆਰਾ ਜੁਗਤੀ ਦੁਆਰਾ ਚੱਲੀਏ। ਜੀ ਦੇ ਅੰਦਰ ਗੁਰੂ ਦੁਆਰਾ ਜਿਹੜੀ ਦਿੱਤੀ ਜੁਗਤੀ ਹੈ ਉਹਦੇ ਦੁਆਰਾ ਚੱਲੀਏ ਨਾ, ਫਿਰ ਹੀ ਸੱਚ ਦੀ ਪ੍ਰਾਪਤੀ ਹੋਵੇਗੀ। ਇਹ ਨਹੀਂ ਕਿ ਜੇ ਕੋਈ ਆਪਦੀ ਮਰਜ਼ੀ ਕਰ ਲਵੇ ਕਿ ਮੈਂ ਆਪਦੀ ਮਰਜ਼ੀ ਦੇ ਨਾਲ ਹੀ ਗੁਰੂ ਨਾਨਕ ਸਰੂਪ ਦੇ ਦਰਸ਼ਨ ਕਰ ਲਵਾਂਗਾ, ਇਹ ਭਾਈ ਭੁਲੇਖਾ ਹੈ ਸਾਡੇ ਹਿਰਦਿਆਂ ਦੇ ਅੰਦਰ। ਸੱਚ ਦੀ ਤੇ ਪਰ ਵਿਸ਼ੇਸ਼ ਕਰਕੇ ਪ੍ਰਾਪਤੀ ਉਦੋਂ ਹੋਵੇਗੀ ਜਦੋਂ ਜਿਹੜੀ ਗੁਰੂ ਨੇ ਜੁਗਤੀ ਦੱਸੀ ਹੈ ਉਹਦੇ ਉੱਤੇ ਚੱਲੇਗਾ। ਜਿਹੜੀ ਗਿਆਨ ਦੀ ਡੰਡੀ ਸਤਿਗੁਰਾਂ ਨੇ ਫੜਾਈ ਹੈ ਨਾ, ਸਾਨੂੰ ਗਿਆਨ ਦਾ ਰਸਤਾ ਦੱਸਿਆ ਹੈ, ਜੇ ਉਹ 'ਤੇ ਚੱਲੇਗਾ ਫਿਰ ਸੱਚ ਦੀ ਪ੍ਰਾਪਤੀ ਨਿਸ਼ਚੈ ਕਰਕੇ ਹੋ ਹੀ ਜਾਵੇਗੀ। ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਜਿਹੜੀ ਧਰਤੀ ਰੂਪ ਕਾਇਆ ਹੈ, ਬੁੱਧੀ ਹੈ, ਸਰੀਰ ਹੈ, ਬੌਡੀ ਹੈ, ਇਹਨੂੰ ਸਾਧ ਕੇ ਭਾਵ ਕੇ ਵੱਤਰ ਕਰਕੇ ਵੱਤਰ ਬੀਜਣ ਨਾਓ। ਤੇ ਜਦੋਂ ਵੱਤਰ ਆ ਜੇ ਫਿਰ ਸਤਿਗੁਰੂ ਜੀ ਕਹਿੰਦੇ ਵਿੱਚ ਦੇ ਕਰਤਾ ਬੀਓ, ਫਿਰ ਨਾਮ ਦਾ ਬੀਜ ਦੇ ਵਿੱਚ ਉਹਦੇ, ਕਿਉਂਕਿ ਸਮਾਂ ਵੀ ਸਫਲਾ ਹੈ, ਉਦੋਂ ਬੀਜਣ ਦਾ ਵੀ ਟਾਈਮ ਹੈ। ਫਿਰ ਸਤਿਗੁਰੂ ਜੀ ਕਹਿੰਦੇ ਬੀਜ ਜਿਹੜਾ ਉੱਭੜ ਆਉਂਦਾ। ਵੱਤਰ ਕਿਵੇਂ ਕਰਨਾ ਹੈ ਪੈਲੀ ਨੂੰ? ਹਿਰਦੇ ਰੂਪ ਜ਼ਮੀਨ ਨੂੰ ਵੱਤਰ ਕਿਵੇਂ ਕਰਨਾ ਹੈ? ਉਹਦਾ ਨਾਮ ਜਪ ਜਪ ਕੇ ਵੱਤਰ ਕਰਨਾ ਹੈ। ਕਿਸੇ ਦੇ ਨਾਲ ਈਰਖਾ ਨਹੀਂ ਰੱਖਣੀ, ਪ੍ਰੇਮ ਦਾ ਪਾਣੀ ਦੇਣਾ ਸਾਰਿਆਂ ਦੇ ਨਾਲ ਹੀ ਦਇਆ ਰੱਖਣੀ, ਕਿਸੇ ਦੇ ਨਾਲ ਵੈਰ ਭਾਵਨਾ ਨਹੀਂ ਕਦੀ ਵੀ ਰੱਖਣੀ। ਜੇ ਕੋਈ ਧੀ ਹੈ, ਭਾਵੇਂ ਪੁੱਤ ਹੈ, ਭਾਵੇਂ ਆਪਦਾ ਹੈ, ਭਾਵੇਂ ਕਿਸੇ ਦਾ ਹੈ, ਸਾਰਿਆਂ ਦੇ ਨਾਲ ਇੱਕਮਿਕ ਪ੍ਰੇਮ ਰੱਖੋ। ਇਹ ਨਾ ਹੋਵੇ ਕਿ ਮੇਰਾ ਪੁੱਤ ਬੜਾ ਸਿਆਣਾ, ਦੂਜੇ ਦਾ ਜਿਹੋ ਜਿਹਾ ਮਰਜ਼ੀ ਹੋਵੇ, ਮੈਂ ਕੀ ਲੈਣਾ। ਸਾਰਿਆਂ ਨਾਲ ਪ੍ਰੇਮ ਰੱਖੋ ਭਾਈ। ਫਿਰ ਇਹ ਜਿਹੜੀ ਪੈਲੀ ਹੈ ਨਾ, ਹਿਰਦੇ ਰੂਪ ਜ਼ਮੀਨ ਹੈ, ਇਹ ਵੱਤਰ ਦੇ ਵਿੱਚ ਆ ਜਾਵੇ, ਕਿਉਂਕਿ ਪ੍ਰੇਮ ਦੇ ਨਾਲ ਹੀ ਵੱਤਰ ਦੇ ਵਿੱਚ ਆਉਂਦੀ ਹੈ। ਜਿੰਨਾ ਚਿਰ ਪ੍ਰੇਮ ਨਹੀਂ, ਅੰਦਰੋਂ ਸਾੜਾ ਰਹਿੰਦਾ ਹੈ, ਹੰਕਾਰ ਰਹਿੰਦਾ ਹੈ, ਉਹਨਾਂ ਚਿਰ ਜਿਹੜੀ ਹਿਰਦੇ ਰੂਪ ਜ਼ਮੀਨ ਇਹ ਵੱਤਰ ਦੇ ਵਿੱਚ ਨਹੀਂ ਆ ਸਕਦੀ। ਤੇ ਜਿੰਨਾ ਚਿਰ ਜ਼ਮੀਨ ਵੱਤਰ ਦੇ ਵਿੱਚ ਨਹੀਂ, ਉਹਨਾਂ ਚਿਰ ਬੀਜ ਨਹੀਂ ਬੀਜ ਸਕਦੇ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਵੱਤਰ ਬੀਜਣ ਨਾਓ। ਗੁਰਸਿੱਖਾ ਗੁਰੂ ਘਰ ਆਇਆ ਕਰ, ਤੇਰਾ ਸਮਾਂ ਬਣੇ ਬੀਜ ਬੀਜਣ ਦਾ। ਜਦੋਂ ਨਾਮ ਬੀਜਤਾ ਤੇਰੀ ਗੁਰਸਿੱਖੀ ਪ੍ਰਬਲ ਹੋ ਜਾਵੇਗੀ। ਸੱਚ ਤਾ ਪਰ ਜਾਣੀਐ ਜਾ ਸਿੱਖ ਸੱਚੀ ਲੇ। ਸੱਚ ਮਹਾਰਾਜ ਸਾਹਿਬ ਜੀ ਕਹਿੰਦੇ ਤਾਂ ਹੀ ਜਾਣਿਆ ਜਾ ਸਕਦਾ ਹੈ ਜੇ ਸੱਚੀ ਗੁਰੂ ਦੀ ਸਿੱਖਿਆ ਲਈਏ। ਗੁਰੂ ਵੀ ਸੱਚਾ ਹੋਵੇ ਤੇ ਗੁਰੂ ਦੀ ਸਿੱਖਿਆ ਵੀ ਸੱਚੀ ਹੋਵੇ। ਗੁਰੂ ਦੀ ਸਿੱਖਿਆ ਕੀ ਹੈ ਕਿ ਅੰਮ੍ਰਿਤ ਵੇਲੇ ਉਠੋ, ਗੁਰੂ ਕਾ ਇਸ਼ਨਾਨ ਦਾਨ ਕਰੋ, ਨਿਤਨੇਮ ਦਾ ਜਾਪ ਕਰੋ, ਗੁਰਬਾਣੀ ਦਾ ਜਾਪ ਕਰੋ, ਗੁਰਸਿੱਖਾਂ ਨੂੰ ਫਤਿਹ ਬੁਲਾਓ, ਜਿਹਦੇ ਨਾਲ ਮਨ ਦੇ ਵਿੱਚ ਖੇੜਾ ਆਵੇ। ਇਹ ਗੁਰੂ ਦੀ ਭਾਈ ਪ੍ਰਮੁੱਖ ਸਿੱਖਿਆ ਹੈ ਕਿ ਮਾੜੇ ਕਰਮਾਂ ਤੋਂ ਬਚਣਾ ਤੇ ਸ਼ੁਭ ਕਰਮਾਂ ਦਾ ਪ੍ਰਵੇਸ਼ ਕਰਨਾ। ਜਿਹਨੇ ਸਿੱਖਿਆ ਧਾਰਨ ਕਰ ਲਈ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋ ਜਾਂਦੇ ਨੇ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਸਾਰੇ ਜੀਆਂ ਦੇ ਉੱਤੇ ਦਇਆ ਕਰੇ, ਕਿਸੇ ਦਾ ਮਾੜਾ ਨਾ ਸੋਚੇ ਕਦੀ ਵੀ। ਪੁੰਨ ਦਾਨ ਕਰੀ ਰੱਖੇ, ਗੁਰੂ ਘਰ ਲਈ ਦਸਵੰਧ ਕੱਢੀ ਰੱਖੇ ਕਿਸੇ ਗਰੀਬ ਗੁਰਦੇ ਲਈ। ਇਹ ਨਾ ਹੋਵੇ ਕਿ ਮਾਇਆ ਵੀ ਬੜੀ ਖੁੱਲੀ ਆਉਂਦੀ ਹੋਵੇ, ਮਹੀਨੇ ਬਾਅਦ ਹੀ ਲੱਖ ਰੁਪਈਆ ਆਉਂਦਾ ਹੋਵੇ ਤੇ ਕਦੀ ਦਸਵੰਧ ਨਾ ਕੱਢਿਆ ਹੋਵੇ ਗੁਰੂ ਘਰ ਲਈ। ਭਾਵੇਂ ਸੰਗਤ ਜੀ 100 ਰੁਪਈਆ ਆਉਂਦਾ ਹੋਵੇ ਮਹੀਨੇ ਦਾ, ਘੱਟ ਤੋਂ ਘੱਟ ਤਨਖਾਹ ਹੋਵੇ ਤੇ ਭਾਵੇਂ ਵੱਧ ਤੋਂ ਵੱਧ ਹੋਵੇ। ਕਲਗੀਧਰ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ ਕਿ ਗੁਰਸਿੱਖ ਨੇ ਦਸਵੰਧ ਜ਼ਰੂਰ ਕੱਢਣਾ। ਕੁਛ ਪੁੰਨ ਦਾਨ ਕਰੇ, ਕਿਛ ਦਾ ਭਾਵ ਇਹ ਵੀ ਲੈ ਸਕਦੇ ਕਿ ਦਸਵਾਂ ਹਿੱਸਾ ਥੋੜਾ ਜਿਹਾ 100% ਤੋਂ 10% ਦਾਨ ਕੱਢਣਾ ਹੈ, ਗੁਰੂ ਘਰ ਲਈ ਕੱਢਣਾ ਹੈ ਤੇ ਹਿਰਦੇ 'ਚ ਦਇਆ ਧਾਰਨ ਕਰਕੇ ਕੱਢਣਾ ਹੈ। ਇਹ ਨਹੀਂ ਕਿ ਮੈਂ ਦਾਨ ਦਿੱਤਾ ਫਿਰ ਨਹੀਂ ਫਲਦਾ। ਦਾਨ ਪੁੰਨ ਵੀ ਕਰਨਾ ਹੈ ਪਰ ਹਿਰਦੇ ਦੇ ਵਿੱਚ ਦਇਆ ਧਾਰਨ ਕਰਕੇ ਕਰਨਾ ਹੈ। ਇਹ ਸੱਚ ਦੀ ਪ੍ਰਾਪਤੀ ਦੀਆਂ ਜੁਗਤੀਆਂ ਨੇ। ਜੇ ਕੋਈ ਮੰਨ ਲੇ ਤੇ ਤਾਂ ਵੀ ਵਧੀਆ ਭਾਈ, ਨਹੀਂ ਤੇ ਭਟਕੀ ਤੇ ਜਾ ਹੀ ਰਹੇ ਹਾਂ। ਇਹ ਸਤਿਗੁਰੂ ਨੇ ਕਿਹਾ ਹੈ ਕਿ ਜੇ ਅਕਾਲ ਪੁਰਖ ਦੇ ਦਰਸ਼ਨ ਕਰਨੇ ਨੇ, ਗੁਰੂ ਘਰ ਆਉਨੇ ਹੋ, ਕਾਹਤੋਂ ਆਉਨੇ ਹੋ? ਕਿ ਰੱਬ ਮਿਲ ਜਾਵੇ। ਜੇ ਰੱਬ ਨੂੰ ਮਿਲਣਾ ਹੈ ਨਾ, ਫਿਰ ਸਤਿਗੁਰੂ ਜੀ ਕਹਿੰਦੇ ਕਿਛ ਪੁੰਨ ਦਾਨ ਕਰੇ। ਹਿਰਦੇ ਦੇ ਅੰਦਰ ਦਇਆ ਧਾਰਨ ਕਰਕੇ ਨਾ ਪੁੰਨ ਦਾਨ ਕਰੇ।
ਸਾਰਿਆਂ ਨੂੰ ਨਾਮ ਅਭਿਆਸ ਕਰਾਵੇ, ਇਹ ਵੀ ਬੜਾ ਵੱਡਾ ਪੁੰਨ ਭਾਈ। ਜੇ ਕਿਸੇ ਨੂੰ ਇੱਕ ਨੂੰ ਟੱਬਰ ਦੇ ਵਿੱਚ ਤੇਹ ਲੱਗਦੀ ਨਾ, ਸਾਰਿਆਂ ਨੂੰ ਕਵੇ ਕਿ ਆਓ ਸਾਰੇ ਬਹਿ ਕੇ ਨਾਮ ਜਪੀਏ, ਕੁਝ ਸਮਾਂ ਜਪੀਏ। ਕੋਈ 2 ਮਿੰਟ ਵੀ ਜੁੜ ਗਿਆ ਨਾ ਸੰਗਤ ਜੀ, ਹੌਲੀ ਹੌਲੀ ਸਫਲਾ ਹੋ ਜੂ ਸਮਾਂ। ਜੇ ਕੋਈ ਨਹੀਂ ਜੁੜਦਾ, ਆਪਦਾ ਅਭਿਆਸ ਕਰੀ ਜਾਓ ਇਕੱਲੇ ਬਹਿ ਕੇ, ਹੌਲੀ ਹੌਲੀ ਸਤਿਗੁਰੂ ਜੀ ਫਰਕ ਪਾ ਦਿੰਦੇ ਨੇ। ਉਹੋ ਜਿਹਾ ਵਾਤਾਵਰਨ ਹੋ ਜਾਂਦਾ। ਜਿਵੇਂ ਕਹਿੰਦੇ ਨੇ ਕਿ ਮਲੇਰੀਏ ਦਾ ਮਰੀਜ਼ ਜਿਹੜਾ ਹੈ, ਟਾਈਫਾਇਡ ਦਾ ਮਰੀਜ਼, ਇਹ ਇੱਕ ਬੰਦ ਕਮਰੇ ਦੇ ਵਿੱਚ ਲੰਮਾ ਸਮਾਂ ਰਹਿ ਜਾਵੇ, ਉਹ ਜਿਹੜੇ ਮਲੇਰੀਏ ਦੇ ਟਾਈਫਾਇਡ ਦੇ ਜੀਵਾਣੂ ਹੁੰਦੇ ਨੇ, ਉਹ ਉੱਥੇ ਹੀ ਰਹਿ ਜਾਂਦੇ ਨੇ। ਸਮਾਂ ਪਾ ਕੇ ਫਿਰ ਉਹ ਨਾਸ਼ ਹੁੰਦੇ ਨੇ। ਪਰ ਕਹਿੰਦੇ ਜਿੱਥੇ ਨਾਮ ਦੀ ਭਗਤੀ ਹੋਣ ਲੱਗ ਪਏ ਨਾ, ਉਹ ਥਾਂ ਹੀ ਇੰਨੀ ਜ਼ਿਆਦਾ ਚਾਰਜ ਹੋ ਜਾਂਦੀ, ਉਹ ਫਿਰ ਨਾਸ਼ ਨਹੀਂ ਹੁੰਦੇ ਕਦੀ ਜੀਵਾਣੂ। ਸਾਰੇ ਹੀ ਸ਼ੁੱਧ ਸਰੂਪ ਹੋ ਜਾਂਦਾ, ਕਮਰਾ ਹੀ ਉਹ ਜਿਹੜਾ ਸੱਚਖੰਡ ਸਰੂਪ ਬਣ ਜਾਂਦਾ। ਕਿਉਂਕਿ ਜਿੱਥੇ ਨਾਮ ਜਪਿਆ ਗਿਆ, ਉੱਥੇ ਫਿਰ ਭਾਈ ਪਵਿੱਤਰਤਾ ਹੀ ਪਵਿੱਤਰਤਾ ਹੋ ਜਾਣੀ ਹੈ। ਇਸ ਕਰਕੇ ਜੇ ਮਾਇਆ ਦਾ ਦਾਨ ਪੁੰਨ ਕਰਨਾ ਹੈ, ਇਹਦੇ ਨਾਲ ਨਾਲ ਬਾਣੀ ਬਾਣੇ ਦਾ ਵੀ ਦਾਨ ਪੁੰਨ ਕਰੀਏ। ਜੇ ਕਿਸੇ ਗੁਰਸਿੱਖ ਕੋਲ ਬਾਣਾ ਨਹੀਂ, ਉਹਨੂੰ ਕੋਈ ਬਾਣਾ ਸਮਾ ਕੇ ਦੇ ਦੇ। ਜੇ ਕਿਸੇ ਬੱਚੇ ਕੋਲ ਪੜ੍ਹਨ ਨੂੰ ਕਿਤਾਬਾਂ ਨਹੀਂ, ਉਹਨੂੰ ਕਿਤਾਬਾਂ ਲੈ ਦੇ। ਵਿਦਿਆ ਵੀ ਜ਼ਰੂਰੀ ਹੈ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਇਹ ਪਰਉਪਕਾਰ ਵੱਡਾ ਮੰਨਿਆ ਹੈ ਵਿਦਿਆ ਪੜ੍ਹਾਉਣ ਦਾ। ਜੇ ਕਿਸੇ ਕੋ ਪੈਰਾਂ ਨੂੰ ਪਾਉਣ ਚੱਪਲਾਂ ਨਹੀਂ, ਪੈਰ ਨੰਗੇ ਨਹੀਂ, ਉਹਨੂੰ ਚੱਪਲਾਂ ਲੈ ਦੇ। ਬੜੇ ਦਾਨ ਪੁੰਨ ਨੇ, ਕੋਈ ਕਰਨ ਦੀ ਨੀਤ ਹੋਵੇ ਸਹੀ ਕਿਸੇ। ਸਾਰੇ ਸੂਝਵਾਨ ਬੈਠੇ ਹੋ, ਸਤਿਗੁਰੂ ਜੀ ਕਹਿੰਦੇ ਦਾਨ ਪੁੰਨ ਕਰਨਾ ਹੈ, ਪਰ ਹਿਰਦੇ ਦੇ ਅੰਦਰ ਦਇਆ ਧਾਰਨ ਕਰਕੇ। ਸੱਚ ਤਾਂ ਪਰ ਜਾਣੀਐ, ਜਾ ਆਤਮ ਤੀਰਥ ਕਰੇ ਨਿਵਾਸ। ਸੱਚ ਦੇ ਤਾਂ ਹੀ ਪਰ ਵਿਸ਼ੇਸ਼ ਕਰਕੇ ਜਾਣਿਆ ਜਾ ਸਕਦਾ ਹੈ, ਜੇ ਆਤਮਾ ਰੂਪ ਤੀਰਥ ਤੇ ਨਿਵਾਸ ਹੋਵੇ, ਵਿਸ਼ੇ ਵਿਕਾਰਾਂ ਦਾ ਵਾਸ਼ਨਾਵਾਂ ਦਾ ਨਾਸ਼ ਹੋਵੇ, ਤੇ ਆਤਮਾ ਰੂਪ ਤੀਰਥ ਤੇ ਨਿਵਾਸ ਹੋਵੇ, ਤਾਂ ਹੀ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ। ਸਤਿਗੁਰੂ ਨੋ ਪੁੱਛ ਕੈ ਬਹਿ ਰਹਿ ਕਰੇ ਨਿਵਾਸ। ਕਹਿੰਦੇ ਹਨ ਕਿ ਸਤਿਗੁਰੂ ਜੀ ਨੂੰ ਪੁੱਛ ਕੇ, ਸਤਿਗੁਰੂ ਜੀ ਦੁਆਰਾ ਉਪਦੇਸ਼ ਲੈ ਕੇ, ਉਸ ਅੰਤਰਮੁਖ ਤੇ ਬਵੇ ਜਾ ਕੇ, ਜਿੱਥੇ ਸਦਾ ਹੀ ਆਨੰਦ ਹੈ, ਜਿੱਥੇ ਵਾਸ਼ਨਾਵਾਂ ਦਾ ਨਾਸ਼ ਹੈ ਵਿਸ਼ੇਸ਼ ਕਰਕੇ। ਕਹਿੰਦੇ ਹਨ ਕਿ ਸਤਿਗੁਰਾਂ ਤੋਂ ਪਾਵਨ ਉਪਦੇਸ਼ ਲੈ ਕੇ ਉਸ ਜਗ੍ਹਾ ਤੇ ਬਹਿਣਾ ਕਰੇ। ਸੱਚ ਸਭਨਾ ਹੋਏ, ਦਾਰੂ ਪਾਪ ਕੱਢੈ ਧੋਏ। ਇਹ ਜਿਹੜਾ ਸੱਚ ਹੈ ਸੰਗਤ ਜੀ, ਸਾਰਿਆਂ ਦਾ ਦਾਰੂ ਹੈ। ਬੜੇ ਡਾਕਟਰਾਂ ਕੋਲ ਧੱਕੇ ਖਾ ਲਏ, ਕਿਸੇ ਤੋਂ ਕੋਈ ਰਮਾਨ ਨਹੀਂ ਆਇਆ। ਕਿਉਂਕਿ ਅੱਜ ਕੱਲ੍ਹ ਦਾ ਜ਼ਮਾਨਾ, ਹਰੇਕ ਨੂੰ ਕੋਈ ਨਾ ਕੋਈ ਰੋਗ ਲੱਗਾ ਹੀ ਹੈ। ਰੋਗ ਤੋਂ ਰਹਿਤ ਤੇ ਕੋਈ ਵੀ ਨਹੀਂ। ਕਿਸੇ ਨੂੰ ਖੰਘ ਲੱਗੀ, ਕੋਈ ਹਟਦੀ ਨਹੀਂ, ਬੜਾ ਲੰਮਾ ਸਮਾਂ ਹੋ ਗਿਆ। ਕਿਸੇ ਨੂੰ ਛਿੱਕਾਂ ਆਉਂਦੀਆਂ ਨੇ, ਬੜੇ ਜ਼ਿਆਦਾ ਰੋਗ ਨੇ, ਭਿਅੰਕਰ ਤੋਂ ਭਿਅੰਕਰ। ਕੋਈ ਨਾ ਕੋਈ ਰੋਗ ਤੇ ਅੱਜ ਕੱਲ੍ਹ ਲੱਗਾ ਹੀ ਹੈ ਕਿਸੇ ਨੂੰ। ਤੇ ਸਤਿਗੁਰੂ ਜੀ ਔਸ਼ਧੀ ਵੀ ਬਖਸ਼ਦੇ ਨੇ। ਸੱਚ ਸਭਨਾ ਹੋਏ ਦਾਰੂ। ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੇ ਦਾਰੂ ਨੇ ਭਾਈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਬਾਣੀ ਵਰਣਨ ਹੈ, ਇਹ ਸਾਰਿਆਂ ਦੀ ਔਸ਼ਧੀ ਰੂਪ ਹੈ। ਕੋਈ ਵਰਤ ਕੇ ਵੇਖੇ, ਜਿੱਥੇ ਜ਼ਖਮ ਉੱਥੇ ਲਾ ਕੇ ਵੇਖੇ, ਭਾਈ ਰਮਾਨ ਜ਼ਰੂਰ ਆਵੇ। ਜੇ ਵਿਕਾਰ ਸਤਾਉਂਦੇ ਨੇ ਤੇ ਜਪਜੀ ਸਾਹਿਬ ਦੇ 5 ਪਾਠ ਕਰਕੇ ਤੇ ਵੇਖੇ ਕੋਈ। ਇੱਥੇ ਦੇਖਣ ਹੀ ਹੁੰਦਿਆ ਕਿਸੇ ਤੋਂ ਅੱਜ ਕੱਲ੍ਹ। ਪਰ ਪਹਿਲੋਂ ਗੁਰਮੁਖ ਜਨ ਕੀ ਕਰਦੇ ਸੀ ਕਿ ਜਦੋਂ ਕੋਈ ਵਾਸ਼ਨਾ ਸਤਾਉਣੀ, ਵਿਹਲਾ ਸਮਾਂ ਹੋਣਾ, ਤੇ ਜਪਜੀ ਸਾਹਿਬ ਆਰੰਭ ਕਰ ਦੇਣਾ। ਜੇ ਬੈਠਿਆਂ ਨਹੀਂ ਪੜ੍ਹਿਆ ਜਾਂਦਾ, ਤੁਰ ਫਿਰ ਕੇ ਪੜ੍ਹ ਲੈਣਾ, ਕਿ ਕਿਸੇ ਤਰੀਕੇ ਦੇ ਨਾਲ ਜਪਜੀ ਸਾਹਿਬ ਵੀ ਸੰਪੂਰਨ ਹੋ ਜਾਵੇ ਤੇ ਮਨ ਵੀ ਗੁਰਬਾਣੀ ਵੱਲ ਲੱਗਾ ਰਹੇ। ਜੇ ਸੰਗਤ ਜੀ ਬੈਠਾ ਨਹੀਂ ਜਾਂਦਾ, ਕਿਸੇ ਕੋ ਖਲੋ ਕੇ ਪੜ੍ਹ ਲਏ, ਤੁਰ ਫਿਰ ਕੇ ਪੜ੍ਹ ਲਏ, ਕੁਰਸੀ ਤੇ ਬਹਿ ਕੇ ਪੜ੍ਹ ਲਏ। ਗੁਰਬਾਣੀ ਦਾ ਜਾਪ ਕਰਨਾ ਹੈ, ਕੋਈ ਪਾਪ ਤੇ ਨਹੀਂ ਕਰਨਾ। ਇਸ ਕਰਕੇ ਇਹ ਦਾਰੂ ਹੈ ਗੁਰਬਾਣੀ। ਇਹ ਤੋਂ ਵੱਧ ਕੋਈ ਹੋਰ ਇਲਾਜ ਨਹੀਂ ਕਰ ਸਕਦਾ, ਨਾ ਕੋਈ ਕਰਨ ਵਾਲਾ ਜੰਮਿਆ ਹੀ। ਬਾਕੀ ਜਿੰਨੇ ਡਾਕਟਰ ਨੇ, ਡਿਗਰੀਆਂ ਵਾਲੇ, ਸਾਰੇ ਫੇਲ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ। ਸਭ ਤੋਂ ਵੱਡੀ ਔਸ਼ਧੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਸ ਕਰਕੇ ਸਾਰੇ ਗੁਰਬਾਣੀ ਦਾ ਜਾਪ ਕਰੋ। ਪਾਪ ਕੱਢੈ ਧੋਏ। ਤੇ ਇੱਕ ਤੇ ਔਸ਼ਧੀ ਸਰੀਰ ਦੀ ਹੈ, ਇੱਕ ਮਨ ਦੀ ਵੀ ਔਸ਼ਧੀ ਹੈ। ਮਨ ਵੀ ਭਾਈ ਬਿਮਾਰ ਰਹਿੰਦਾ ਹੈ। ਬਿਮਾਰ ਕਾਹਦੇ ਨਾਲ ਰਹਿੰਦਾ? ਵਿਸ਼ੇ ਵਿਕਾਰਾਂ ਦੇ ਨਾਲ, ਜਿਹਦੇ ਕਰਕੇ ਅਸੀਂ ਭੜਕ ਰਹੇ ਜੂਨਾਂ ਦੇ ਵਿੱਚ। ਪਾਪ ਕੱਢੈ ਧੋਏ। ਉਹ ਪਾਪ ਫਿਰ ਔਸ਼ਧੀ ਜਿਹੜੀ ਹੈ ਉਹ ਕੱਢ ਦਿੰਦੀ ਹੈ। ਫਿਰ ਪ੍ਰੇਮ ਦੇ ਨਾਲ ਸਾਰੇ ਪਾਪ ਧੋਤੇ ਜਾਂਦੇ ਨੇ। ਇਸ ਕਰਕੇ ਦਿਨ ਰਾਤੀ ਆਰਾਧੋ ਪਿਆ। ਵਾਰ-ਵਾਰ ਹੀ ਬੇਨਤੀ ਇਹ ਕਰਾਂਗੇ ਕਿ ਦਿਨ ਤੇ ਰਾਤ ਉਹਨੂੰ ਆਰਾਧੋ, ਜਿਹਦੇ ਨਾਲ ਸਾਡਾ ਅੰਤਸ਼ਕਰਨ ਨਿਰਮਲ ਹੋ ਸਕੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਕ, ਛਲ, ਕਪਟ,
ਚਾਰ ਬੱਜਰ ਕ੍ਰੈਤਾਂ ਤੋਂ, ਮਾੜੇ ਕਰਮਾਂ ਤੋਂ ਸਾਡਾ ਛੁਟਕਾਰਾ ਹੋ ਸਕੇ। ਇਹ ਭਾਈ ਦਾਰੂ ਹੈ, ਔਸ਼ਧੀ ਹੈ ਗੁਰਬਾਣੀ, ਕੋਈ ਵਰਤ ਕੇ ਤੇ ਵੇਖੇ। ਨਾਨਕ ਵਖਾਣੈ ਬੇਨਤੀ, ਜਿਨ ਸੱਚ ਪੱਲੇ ਹੋਏ। ਸਤਿਗੁਰੂ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਜਿਨ੍ਹਾਂ ਦੇ ਪੱਲੇ ਸੱਚ ਹੈ ਉਹਨਾਂ ਦੀ ਬਾਬਤ ਸਤਿਗੁਰੂ ਜੀ ਗਾਂ ਪੌੜੀ ਵਿੱਚ ਉਪਦੇਸ਼ ਬਖਸ਼ਦੇ ਹਨ। ਪੌੜੀ ਦਾਨ ਮਹਿੰਡਾ ਤਲੀ ਖਾਕ, ਜੇ ਮਿਲੈ ਤਾ ਮਸਤਕ ਲਾਈਐ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਉਹਨਾਂ ਦੀ ਚਰਨਾਂ ਦੀ ਧੂੜ ਮੰਗੀਏ, ਅਕਾਲ ਪੁਰਖ ਦੇ ਅੱਗੇ ਬੇਨਤੀ ਕਰੀਏ ਕਿ ਵਾਹਿਗੁਰੂ ਜੀ ਆਪਣੇ ਐਸੇ ਸੰਤਾਂ ਦੀ ਧੂੜ ਬਖਸ਼ੋ, ਐਸੇ ਸੰਤਾਂ ਦੀ ਚਰਨਾਂ ਦੀ ਧੂੜ ਦਾ ਸਾਨੂੰ ਦਾਨ ਬਖਸ਼ੋ, ਜਿਹਦੇ ਨਾਲ ਸਾਡੀ ਮੁਕਤੀ ਹੋ ਸਕੇ, ਸਾਨੂੰ ਜੁਗਤੀ ਪਤਾ ਲੱਗ ਜੇ ਕਿ ਅਕਾਲ ਪੁਰਖ ਦੀ ਪ੍ਰਾਪਤੀ ਕਿਵੇਂ ਕਰਨੀ ਹੈ। ਜੇ ਮਿਲਾ ਤਾਂ ਮਸਤਕ ਲਾਈਐ। ਮਹਾਰਾਜ ਸਾਹਿਬ ਜੀ ਕਹਿੰਦੇ ਕਿ ਜੇ ਐਸੇ ਸੰਤਾਂ ਦੀ ਧੂੜੀ ਮਿਲ ਜੇ ਨਾ ਚਰਨਾਂ ਦੀ, ਉਹਨੂੰ ਅੰਤਸ਼ਕਰਨ ਰੂਪ ਮੱਥੇ ਤੇ ਲਾ ਲਈਏ, ਜਿਹਦੇ ਨਾਲ ਸਾਡੇ ਲੇਖ ਬਦਲ ਜਾਣ। ਇਸ ਕਰਕੇ ਸਾਰੇ ਬੇਨਤੀ ਕਰੀਏ ਕਿ ਸਾਧ ਸੰਗਤ ਬਿਨ ਤਰਿਓ ਨਾ ਕੋਏ, ਕਿਉਂਕਿ ਸਾਧ ਸੰਗਤ ਬਿਨ ਸੰਗਤ ਜੀ ਕੋਈ ਨਹੀਂ ਤਰਿਆ। ਸਾਧੂ ਦੀ ਸੰਗਤ ਜ਼ਰੂਰੀ ਹੈ ਜੀਵਨ ਦੇ ਵਿੱਚ। ਸਾਨੂੰ ਸਾਰਿਆਂ ਨੂੰ ਸੋਝੀ, ਕੋਈ ਮੂਰਖ ਨਹੀਂ ਹੁੰਦਾ ਜੀਵ ਕਿ ਪਤਾ ਹੀ ਨਾ ਲੱਗੇ ਸਾਧੂ ਕੌਣ ਤੇ ਪਖੰਡੀ ਕੌਣ। ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੈ ਲੁਕਾਈ, ਜਿਨ ਹਰ ਪਾਇਆ ਤਨਹਿ ਛਪਾਇਆ। ਕਹਿੰਦੇ ਨੇ ਕਿ ਜਿਨ੍ਹਾਂ ਨੇ ਹਰੀ ਵਾਹਿਗੁਰੂ ਪਾਲਿਆ ਉਹਨਾਂ ਨੇ ਛਪਾਉਣ ਦੀ ਕੋਸ਼ਿਸ਼ ਕੀਤੀ, ਪਰ ਕਹਿੰਦੇ ਜਿਹੜਾ ਰਤਨ ਹੁੰਦਾ ਨਾ, ਰਤਨ ਉਹ ਕਦੀ ਲੁਕਦਾ ਨਹੀਂ, ਪ੍ਰਗਟ ਹੋ ਹੀ ਜਾਂਦਾ ਹੈ। ਜਿਹੜੀ ਬੇਸ਼ਕੀਮਤੀ ਚੀਜ਼ ਹੋਵੇ ਜਾਂ ਕੋਈ ਬਾਹਲੀ ਬੱਦੂ ਚੀਜ਼ ਹੋਵੇ, ਪਾਪਾਂ ਵਾਲੀ ਚੀਜ਼ ਹੋਵੇ, ਦੋਵੇਂ ਚੀਜ਼ਾਂ ਨਹੀਂ ਲੁਕਦੀਆਂ, ਇਹ ਪ੍ਰਗਟ ਹੋ ਹੀ ਜਾਂਦੀਆਂ ਨੇ। ਭਾਵੇਂ ਕੋਈ ਰਤਨ ਹੋਵੇ ਤੇ ਭਾਵੇਂ ਕੋਈ ਪਾਪਾਂ ਵਾਲੀ ਕਿਰਿਆ ਹੋਵੇ, ਸਤਿਗੁਰੂ ਜੀ ਕਹਿੰਦੇ ਇਹ ਦੋਵੇਂ ਪ੍ਰਗਟ ਹੋ ਹੀ ਜਾਂਦੇ ਨੇ। ਇਸ ਕਰਕੇ ਜਿਨ੍ਹਾਂ ਨੇ ਰੱਬ ਪਾਇਆ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਰਤਨ ਜਦੋਂ ਸਾਹਮਣੇ ਦੇਸੀ ਗਿਆ ਕਿ ਭਾਈ ਇਹ ਸੱਚੀ ਰਤਨ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲੇ, ਇਹ ਕਿਹਨੂੰ ਨਹੀਂ ਪਤਾ ਕਿ ਰਤਨ ਨਹੀਂ ਹਨ। ਸਾਰਿਆਂ ਨੂੰ ਹੀ ਗਿਆਨ ਹੈ ਕਿ ਰਤਨ ਹਨ। ਸਾਰੇ ਮੰਨਦੇ ਨੇ ਕਿ ਗੁਰ ਕਾ ਸ਼ਬਦ ਰਤਨ ਹੈ। ਜਿਹੜਾ ਗੁਰੂ ਦਾ ਸ਼ਬਦ ਰਤਨਾ ਵਰਗਾ ਉਹਨਾਂ ਨੇ ਆਪਦੇ ਹਿਰਦੇ 'ਚ ਵਸਾਇਆ। ਫਿਰ ਅਕਾਲ ਪੁਰਖ ਦਾ ਸਰੂਪ ਉਹ ਮਹਾਂਪੁਰਖ ਬਣੇ ਨੇ। ਸਾਰੀ ਦੁਨੀਆ 'ਚ ਜਾਣਦੀ ਹੈ, ਸਾਰਿਆਂ ਨੂੰ ਸੋਝੀ ਹੈ ਕਿ ਕਿਹੜਾ ਪਖੰਡੀ ਹੈ ਤੇ ਕਿਹੜਾ ਅਸਲੀ ਸੰਤ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਜੇ ਮਿਲ ਜਾਵੇ ਤੇ ਮਿਲ ਕੇ ਉਹ ਮਸਤਕ ਤੇ ਲਾ ਲਈਏ। ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਲੱਖ ਧਿਆਈਐ। ਸਤਿਗੁਰੂ ਜੀ ਕਹਿੰਦੇ ਕੂੜੇ ਲਾਲਚ ਨੂੰ ਛੱਡ ਦਈਏ ਭਾਈ। ਜਿਹੜਾ ਝੂਠਾ ਲਾਲਚ ਹੈ ਨਾ, ਮਾਇਆ ਦਾ ਲਾਲਚ ਹੋ ਗਿਆ ਝੂਠਾ, ਇਹਨੂੰ ਛੱਡ ਦਈਏ। ਹੋਏ ਇੱਕ ਮਨ ਅਲਖ ਧਿਆਈਐ। ਜਿਹੜਾ ਲਖਣ ਤੋਂ ਰਹਿਤ ਵਾਹਿਗੁਰੂ ਹੈ ਨਾ, ਜਿਹਨੂੰ ਕੋਈ ਜਾਣ ਨਹੀਂ ਸਕਦਾ, ਸਤਿਗੁਰੂ ਜੀ ਕਹਿੰਦੇ ਉਹਨੂੰ ਧਿਆਈਏ। ਉਹਨੂੰ ਧਿਆਤਾ ਬਣ ਕੇ ਆਪਣੇ ਹਿਰਦੇ ਦੇ ਵਿੱਚ ਇੱਕਮਿਕ ਹੋ ਕੇ, ਇੱਕ ਰਸ ਹੋ ਕੇ ਵਾਹਿਗੁਰੂ ਦਾ ਆਰਾਧਨ ਕਰੀਏ। ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ। ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ, ਇਹ ਨਾ ਸੋਚਿਓ ਕਿਤੇ ਜੇ ਅਸੀਂ ਮਾੜੇ ਕਰਮ ਕੀਤੇ ਤੇ ਅਸੀਂ ਬਚ ਜਾਵਾਂਗੇ। ਸਤਿਗੁਰੂ ਜੀ ਕਹਿੰਦੇ ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ। ਉਹੋ ਜਿਹਾ ਹੀ ਫਲ ਮਿਲਣਾ ਜਿਹੋ ਜਿਹਾ ਕੰਮ ਕਰਾਂਗੇ। ਜੇ ਵੇਹੀ ਕਾਰ ਕਮਾਈ ਹੈ, ਜਿਹੋ ਜੀ ਕਾਰ ਕਮਾਵਾਂਗੇ, ਜਿਹੋ ਜਿਹਾ ਕੰਮ ਕਰਾਂਗੇ ਜ਼ਿੰਦਗੀ ਦੇ ਅੰਦਰ, ਫਲ ਉਹਦਾ ਭੁਗਤਣਾ ਹੀ ਪਵੇਗਾ। ਭਾਵੇਂ ਇੱਥੇ ਭੁਗਤ ਜਾਵੇ, ਭਾਵੇਂ ਪਰਲੋਕ ਦੇ ਵਿੱਚ। ਸਤਿਗੁਰੂ ਜੀ ਕਹਿੰਦੇ ਜਿਹੋ ਜਿਹਾ ਫਲ ਜੀਵ ਨੇ ਕੀਤਾ, ਕਿਸੇ ਦੇ ਨਾਲ ਮਾੜਾ ਕੀਤਾ, ਨਿੰਦਿਆ ਚੁਗਲੀ ਕੀਤੀ, ਜੋ ਵੀ ਕੀਤਾ, ਭਾਵੇਂ ਚੰਗਾ ਭਾਵੇਂ ਮੰਦਾ, ਉਹਦਾ ਫਲ ਜਿਹੜਾ ਉਸੇ ਪ੍ਰਕਾਰ ਹੀ ਮਿਲਣਾ ਹੈ। ਇਸ ਕਰਕੇ ਚੰਗੇ ਕਰਮ ਕਰਨੇ ਚਾਹੀਦੇ ਨੇ। ਸਤਿਗੁਰਾਂ ਦੇ ਨਾਲ ਜੁੜਨ ਦੀ ਲੋੜ ਹੈ। ਬੜੀ ਉਮਰ ਲੰਘ ਗਈ ਸੰਗਤ ਜੀ ਝੂਠ ਦੇ ਵਿੱਚ, ਵਿਕਾਰਾਂ ਦੇ ਵਿੱਚ, ਲਾਲਚ ਦੇ ਵਿੱਚ। ਹੁਣ ਹੀ ਸੁਧਰ ਜਾਈਏ। ਅਜਹੂ ਕਛ ਬਿਗੜਿਓ ਨਹੀਂ। ਨਾਵੇਂ ਪਾਤਸ਼ਾਹ ਕਹਿੰਦੇ ਨੇ ਗੁਰਸਿੱਖੂ ਹਜੇ ਵੀ ਨਹੀਂ ਕੁਝ ਵਿਗੜਿਆ। ਜਿਵੇਂ ਆਮ ਤੌਰ ਤੇ ਗੁਰਸਿੱਖ ਕਹਿੰਦੇ ਨੇ ਕਿ ਸਵੇਰ ਦਾ ਗਿਆ ਸ਼ਾਮ ਨੂੰ ਮੋੜ ਆਵੇ, ਉਹਨੂੰ ਭੁੱਲਿਆ ਨਹੀਂ ਕਹਿੰਦੇ। ਜਿਹੜਾ ਸ਼ਾਮ ਨੂੰ ਮੋੜ ਆਵੇ, ਤੇ ਭਾਈ ਅਜੇ ਸ਼ਾਮਾਂ ਦਾ ਵਕਤ ਹੈ, ਮੋੜ ਆਓ, ਹਜੇ ਮੌਕਾ ਹੈ। ਬਾਅਦੋਂ ਜਿਹੜੀ ਪੌੜੀ ਛੁੜਕ ਗਈ ਫਿਰ ਨਹੀਂ ਹੱਥ ਆਉਣੀ ਸੰਗਤ ਜੀ, ਫਿਰ ਥੱਲੇ ਹੀ ਡਿੱਗਾਂਗੇ, ਫਿਰ ਨਰਕਾਂ ਦੇ ਵਿੱਚ ਵਾਸਾ ਹੋਵੇਗਾ। ਇਸ ਕਰਕੇ ਜਿਹੋ ਜਿਹੇ ਕਰਮ ਕਰਾਂਗੇ ਫਲ ਵੀ ਉਹੋ ਜਿਹਾ ਹੀ ਭੁਗਤਣਾ ਪਵੇਗਾ।
ਚੰਗੇ ਕਰ ਲਓ ਚੰਗਾ ਭੁਗਤ ਲਓ, ਮਾੜੇ ਕਰ ਲਓ ਤੇ ਫਿਰ ਮਾੜਾ ਤੇ ਭਾਈ ਭੁਗਤਣਾ ਸਾਰਿਆਂ ਨੂੰ ਪੈਣਾ ਹੀ ਹੈ। ਇਸ ਕਰਕੇ ਜਿਹੋ ਜਿਹਾ ਫਲ ਕਰਾਂਗੇ ਉਹੋ ਜਿਹਾ ਭਾਈ, ਜਿਹੋ ਜਿਹਾ ਕਰਮ ਹੋਵੇਗਾ ਉਹੋ ਜਿਹਾ ਫਲ ਪ੍ਰਾਪਤ ਹੋਵੇਗਾ। ਜੇ ਹੋਵੈ ਪੂਰਬ ਲਿਖਿਆ ਤਾ ਧੂੜਤ ਨਾ ਦੀ ਪਾਈਐ। ਸਤਿਗੁਰੂ ਜੀ ਕਹਿੰਦੇ ਜੇ ਪੂਰਬਲੇ ਕਰਮਾਂ ਦੇ ਵਿੱਚ ਲਿਖਿਆ ਹੋਵੇ ਨਾ ਅਕਾਲ ਪੁਰਖ ਨੇ, ਜੇ ਪਿਛਲੇ ਜਨਮਾਂ ਦੇ ਵਿੱਚ ਸਾਡੇ ਕਰਮ ਚੰਗੇ ਹੋਣ, ਫਿਰ ਕਹਿੰਦੇ ਨੇ ਕਿ ਸਾਧੂ ਦੀ ਧੂੜੀ ਮਿਲ ਜਾਂਦੀ ਹੈ। ਸਾਧੂ ਦੀ ਧੂੜੀ ਜਿਹੜੀ ਚਰਨਾਂ ਦੀ ਇਹ ਕਿਸੇ ਕਰਮਾਂ ਵਾਲੇ ਨੂੰ ਨਸੀਬ ਹੁੰਦੀ ਹੈ। ਆਮ ਤੇ ਕਈ ਲੋਕ ਨਿੰਦਨ ਤੇ ਲੱਗੇ ਰਹਿੰਦੇ ਨੇ ਕਿ ਪਖੰਡੀ ਸਾਧ ਹੈ, ਸਾਰੇ ਡੇਰਾਵਾਦੀ ਨੇ, ਪਰ ਸਤਿਗੁਰੂ ਦੀ ਗੁਰਬਾਣੀ ਕਹਿੰਦੀ ਹੈ ਕਿ ਸਾਧੂ ਦੀ ਧੂੜੀ ਭਾਈ ਉਹ ਜ਼ਰੂਰੀ ਚਾਹੀਦੀ ਹੈ, ਸਾਧੂ ਦੀ ਸੰਗਤ ਚਾਹੀਦੀ ਹੈ। ਇਹ ਨਹੀਂ ਕਿ ਸਾਧੂ ਮੁੱਕ ਗਏ, ਜੇ ਸਾਧੂ ਮੁੱਕੇ ਹੋਣ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਵਾਜੇ ਦੇਣ, ਗੁਰਸਿੱਖੋ ਸਾਧੂ ਦੀ ਧੂੜੀ ਲੱਭੋ। ਸਾਧੂ ਨਹੀਂ ਮੁੱਕਦੇ ਸੰਗਤ ਜੀ, ਪਖੰਡ ਕਈ ਵਾਰੀ ਵੱਧ ਜਾਂਦਾ ਹੈ, ਕਈ ਵਾਰੀ ਘਟ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਵੇਲੇ ਵੀ ਇਸੇ ਪ੍ਰਕਾਰ ਹੀ ਰਹੇ ਨੇ ਪਖੰਡੀ, ਪਰ ਉਦੋਂ ਖੁਦ ਖੁਦਾ ਆਪ ਧਰਤੀ ਤੇ ਆਏ ਸੀ। ਇਹਦਾ ਮਤਲਬ ਇਹ ਨਹੀਂ ਕਿ ਸਾਰੇ ਹੀ ਪਖੰਡੀ ਨੇ, ਭਾਈ ਸਾਧੂ ਵੀ ਨੇ ਧਰਤੀ ਤੇ। ਥੰਮੈ ਕੋਈ ਨਾ ਸਾਧ ਬਿਨ, ਜੇ ਸਾਧ ਨਾ ਹੋਣ ਧਰਤੀ ਨੂੰ ਕੋਈ ਥੰਮ ਨਹੀਂ ਸਕਦਾ। ਧਰਤੀ ਤੇ ਬੜਾ ਜ਼ਿਆਦਾ ਪਾਪ ਵੱਧ ਜੇ, ਇਹ ਸਾਧੂਆਂ ਦੀ ਬਰਕਤ ਦੇ ਨਾਲ ਹੀ ਉਹ ਪੁੰਨ ਕਰਦੇ ਨੇ ਭਾਈ, ਨਾਮ ਸਾਰਿਆਂ ਨੂੰ ਵਰਤਾਉਂਦੇ ਨੇ, ਪੁੰਨ ਦਾਨ ਕਰਦੇ ਨੇ ਨਾਮ ਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹਦੇ ਪੂਰਬਲੇ ਕਰਮਾਂ ਦੇ ਵਿੱਚ, ਪੂਰਬਲੇ ਲੇਖਾਂ ਦੇ ਵਿੱਚ ਕਰਮ ਲਿਖੇ ਹੋਣ ਚੰਗੇ, ਉਹਨਾਂ ਨੂੰ ਕਹਿੰਦੇ ਕਿ ਸਾਧੂ ਦੀ ਧੂੜੀ ਪ੍ਰਾਪਤ ਹੋ ਜਾਂਦੀ ਹੈ। ਮਤ ਥੋੜੀ ਸੇਵ ਗਵਾਈਐ। ਫਿਰ ਸਾਧੂਆਂ ਦੀ ਸੇਵਾ ਕਰ ਕਰਕੇ ਉਹਨਾਂ ਦੇ ਹਿਰਦੇ ਦੇ ਵਿੱਚ ਵਸ ਕੇ ਜਦੋਂ ਫਿਰ ਸਾਧੂਆਂ ਨੇ ਉਪਦੇਸ਼ ਦਿੱਤਾ, ਕੋਈ ਜਿਹੜੀ ਸਾਡੀ ਛੋਟੀ ਮਤ ਹੈ ਨਾ, ਅਲਪ ਮਤ ਹੈ, ਉਹ ਕਹਿੰਦੇ ਕਿ ਗਵਾਈਏ ਕਿ ਗਵਾਚ ਜਾਂਦੀ ਹੈ, ਫਿਰ ਨਾਸ਼ ਹੋ ਜਾਂਦੀ ਹੈ। ਜਿਹੜਾ ਸੰਗਤ ਜੀ ਸਾਧੂ ਹੈ ਕਦੀ ਆਪਦੀ ਭਗਤੀ ਨਹੀਂ ਕਰਾਵੇਗਾ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇਗਾ, ਇਹ ਗਿਆਨ ਜ਼ਰੂਰ ਰੱਖੇ। ਉਹ ਸਾਧੂ ਹੈ, ਸਾਧੂ ਕਿਸੇ ਭੇਖ ਦਾ ਨਾਮ ਨਹੀਂ, ਜਿਹਨੇ ਆਪਦੇ ਮਨ ਨੂੰ ਸਾਧਿਆ ਸਾਧੂ ਉਹ ਹੈ। ਇਸ ਕਰਕੇ ਸਾਧ ਜਿਹੜਾ ਹੈ ਉਹ ਆਪਦੀ ਕਦੀ ਸੇਵਾ ਨਹੀਂ ਕਰਾਉਂਦਾ, ਜੀਵ ਕਰੀ ਜਾਣ ਤੇ ਕਰੀ ਜਾਣ, ਕਿਉਂਕਿ ਸਤਿਕਾਰ ਹੁੰਦਾ ਹੈ ਰੱਬ ਦੇ ਜੀਵ ਦਾ। ਜਿਹੜਾ ਰੱਬ ਦੇ ਵਿੱਚ ਭੇਦ ਹੋ ਗਿਆ, ਜਿਹਨੇ ਘਾਲ ਕਮਾਈ ਕੀਤੀ, ਕੋਈ ਮਸਕਤ ਘਾਲੀ, ਉਹਦਾ ਸਤਿਕਾਰ ਵੀ ਭਾਈ ਜ਼ਰੂਰ ਹੁੰਦਾ ਹੈ। ਗੁਰਬਾਣੀ ਵਰਣਨ ਕਰਦੀ ਹੈ ਕਿ ਜਦੋਂ ਕਹਿੰਦੇ ਨੇ ਕਿ ਹਰੀ ਵਾਹਿਗੁਰੂ ਨੂੰ ਆਪਦੀ ਵਡਿਆਈ ਭਾਉਂਦੀ ਹੈ, ਉਦੋਂ ਆਪਦੇ ਜਨਾਂ ਤੋਂ ਕਰਾ ਲੈਂਦਾ ਹੈ। ਜਨਕਾ ਜੈਕਾਰ ਕਰਾਈ, ਆਪਦੇ ਜਨਾਂ ਦੇ ਜਕਾਰੇ ਛਡਾ ਦਿੰਦਾ ਹੈ, ਡੰਕੇ ਵਜਾ ਦਿੰਦਾ ਹੈ ਸਾਰੇ ਪਾਸੇ, ਸਾਧੂ ਦੀ ਜੈ ਜੈਕਾਰ ਹੋ ਜਾਂਦੀ ਹੈ। ਇਸ ਕਰਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਵੇ ਭਾਈ, ਨਿਸ਼ਚੇ ਕਰਕੇ ਤੁਰੇ ਸੱਚੇ ਰਾਹ ਤੇ ਹੋਰਨਾਂ ਨੂੰ ਵੀ ਨਾਲ ਤੋਰੇ, ਉਹੀ ਭਾਈ ਸਾਧੂ ਅਸਲ ਹੈ। ਜਿਨਨੇ ਮਨ ਨੂੰ ਸਾਧਿਆ, ਈਰਖਾ ਦਵੈਕ ਨੂੰ ਛੱਡਿਆ, ਵਿਸ਼ੇ ਵਿਕਾਰਾਂ ਨੂੰ ਛੱਡਿਆ, 5 ਵਿਕਾਰ ਜਿਹਨੇ ਵਸ ਦੇ ਵਿੱਚ ਕੀਤੇ ਨੇ, 4 ਬੱਜਰ ਕ੍ਰਿਤਾਂ ਦੇ ਵਿੱਚ ਜਿਹੜਾ ਮੂੰਹ ਨਹੀਂ ਕਰਦਾ ਉਹ ਅਸਲੀ ਸਾਧੂ ਹੈ ਭਾਈ। ਫਿਰ ਜਦੋਂ ਕਹਿੰਦੇ ਉਹਦੀ ਸਾਧੂ ਦੀ ਸੇਵਾ ਕਮਾਲੀ ਨਾ, ਜਿਹੜੀ ਸਾਡੀ ਛੋਟੀ ਮੱਤ ਹੈ, ਅਲਪ ਬੁੱਧੀ ਹੈ, ਇਹ ਗਵਾਈਏ ਕਈ ਨਾਸ਼ ਹੋ ਜਾਂਦੀ ਹੈ। ਇਸ ਕਰਕੇ ਗੁਰੂ ਦੇ ਲੜ ਲੱਗਣ ਦੀ ਲੋੜ ਹੈ, ਜਿਹਦੇ ਨਾਲ ਪਾਰ ਉਤਾਰਾ ਹੋ ਸਕੇ। ਸਮਾਂ ਕਾਫੀ ਹੋ ਗਿਆ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਕੀ ਸਾਧ ਸੰਗਤ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਜੇ ਹੋਵੈ ਪੂਰਬ ਲਿਖਿਆ ਤਾ ਧੂੜਤ ਨਾ ਦੀ ਪਾਈਐ। ਮਤ ਥੋੜੀ ਸੇਵ ਗਵਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਅਗਮ ਪੂਰਨ ਹੇ ਸਰਬ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ।
ਏ ਸੰਤਹਿ ਕੈ ਸਦਾ ਸੰਗ ਦੁਖ ਭੰਜਨ ਗੁਣ ਤਾਸ ਏ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਏ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੀਕਾ ਏ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕਾ ਏ ਅਪਰੰਪਰ ਹਰ ਹਰੀ ਹੈ ਭੀ ਹੋਵਨਹਾਰ ਏ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ ਏ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸਰਦਾ ਕਰ ਸੇਮ ਦੀ ਗੁਰ ਪਾਰੇ ਉਤਾਰਨ ਹਾਰ ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਕਰੋ ਸਦਾ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਕਰੋ ਸਦਾ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।